कुर्बाने जाऊँ मेहरबाना हों कुर्बाने जाऊँ हों कुर्बाने जाऊँ तिना के लैन जो तेरा नाम लैन जो तेरा नाम तिना के हों सद कुर्बाने जाऊँ। चार बारी दास जन कर दास पर कीजे कृपा पार आप हाथ राख मोए मान क्रम वचन विचार। भी इं रहना जिन भगती करनी है परमेश्वर की सारिਆਂ ਦੇ ਵਿੱਚ ਹੀ इन्हां चीज़ों तो सारिਆਂ ਤੋਂ भी धन है जिन्हां ਦੀ इस तरह सिमरन करदे कहंदे रब दा निर्लेप क्यों है वो आपे आप की गल चली सी। आपा एक आत्मा है एक आपा परमात्मा है तो एक निरंजन सोए है जिसनों तत्वं असी या चार महावाक ऐं आत्म ब्रह्म आदिक ऐं प्रज्ञानानंद ब्रह्म भी ये आत्मा परमात्मा का रूप है तो करने आत्मा प्रात्मा एको करे अंतर की दुबदा अंतर मरे ਜਿਹੜਾ ਇਹਨੂੰ ਉਸ ਦੇ ਵਿੱਚ ਲੀਨ ਕਰ ਲਿਆ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਉਹ ਹੋ ਗਿਆ ਸ਼ੁੱਧ ਉਹ ਹੋ ਗਿਆ ਖਾਲਿਸ। ਉਹੀ ਉਸਨੂੰ ਕਿਹਾ ਵੀ ਸਦਾ ਸੱਚ ਦਾ ਆਨੰਦ ਸਤ ਚਿੱਤ ਆਨੰਦ। ਇਹ ਬਹੁਤ ਜਿਹੜੇ ਸਾਡੇ ਭਾਰਤ ਭੂਮੀ ਦੇ ਵੈਦਿਕ ਮਤ ਹੈ वेद जिन्हों कहते ਉਹਦੇ ਵਿੱਚ ਆਮ ਕਰਕੇ ਇਹ ਉਹਦਾ ਵਿਸ਼ੇਸ਼ ਸਰੂਪ ਬਣਿਆ ਹੈ। ਅਸਤੀ ਭਾਂਤੀ ਪ੍ਰੈਤਾ ਇਹ ਸਰਬ ਦੇ ਵਿੱਚ ਹੈ ਪ੍ਰਤੀਤ ਹੋ ਰਿਹਾ ਹੈ। ਇਹ ਸਾਨੂੰ ਵੀ ਪ੍ਰਤੀਤ ਹੁੰਦਾ ਵੀ ਜੇ ਕਿਸੇ ਨੂੰ ਕੁਛ ਪੁੱਛੋ ਕਿ ਤੂੰ ਹੈ ਉਹ ਕਹਿੰਦਾ ਦਿਸਦਾ ਨਹੀਂ ਤੈਨੂੰ ਮੈਂ ਹੈ ਨਹੀਂ ਆਪ ਨੂੰ ਕਹਿੰਦਾ ਮੈਂ ਹੈਗਾ। इस करके आत्मा नूं जिहड़ा आत्मा अपरोक्ष रूप करके है परमात्मा परोक्ष रूप करके इसे करके सानू दिसदा नहीं। फिर उहदे विच एक हौमै भी हौमै बहुत माड़ी क्या हौमै भी हौमै तो बिना विच जीव बन ही नहीं सी सकदा। माया तो बिना संसार हो ही नहीं सी सकदा। ये अपनी माया संकोच ले तीन गुण संकोच ले तो कुछ भी नहीं है सब आपे आप है। इस करके वो तिना परदां दी वरतों जिहड़ा उसदे विच निरंजन निरअंजन अंजन नाम सुरमे दा भी हुंदा है सुरमा हुंदा काला काली तो माया जिहड़ी है काली कर दिंदी है हनेरा पा दिंदी है। इस करके लक्षणा वो शक्ति लक्षणा जहल अजहल व्यंजना चमत्कारी ये विद्या दियां ये बिरतियां ने शब्दां दी। एक बिरती साढ़े हृदय दी है सुरत जिन्हों कहने हैं एक शब्द की बिरती भी है। ये भी बड़ी हैरानी की गल है भी शब्द की भी बिरती है। ਉਹਦੇ ਨਾਲ अपनी बिरती के नाल चीज़ों का बहुत ज्ञान हुंदा है शरीर का ज्ञान हुंदा है। शब्द की बिरती के नाल शब्द के असली स्वरूप का बोध हुंदा है। जिस तरह एक ओंकार सतनाम करता पुरख निरभौ निर्वैर अकाल मूर्त अजूनी सैभंग गुर प्रसाद जप आद सच जुआद सच है पी सच नानक होसी पी सच। ये हैगे है लिपि अखर लिखण विच आए है उन्हां दे नाल जिवें अखरी नाम एक अखर जिहड़ा है वो बोलण विच आउंदा है वो धुनात्मक रूप है। एक उही अखरां दे नाल जिवें निरभौ पद है उस दे नाल सानूं ये बोध होना भी वो वाहिगुरू परमेश्वर पैर तो रहत स्वरूप है वैर तो रहत है। ਜਿਹੜਾ ਅਸੀਂ ਉਹਦੀ ਸ਼ਰਨ ਲੈ ਕੇ ਅਸੀਂ ਭਾਵਨਾ ਦੇ ਨਾਲ ਉਹਦੀ ਆਗਿਆ ਅਨੁਸਾਰ ਚੱਲਾਂਗੇ ਉਹਨੂੰ ਨਿਰਭਉ ਕਰ ਦੂਗਾ ਨਿਰਵੈਰ ਕਰ ਦੂਗਾ। ਤੇ ਸ਼ੁੱਧ ਕਰ ਦੂਗਾ। ਉਸ ਵੀ ਨਿਰੰਜਨ ਦਾ ਅਰਥ ਇਸ ਦੇ ਵਿੱਚ ਵੀ ਉਹ ਸ਼ੁੱਧ ਸਰੂਪ ਹੈ ਉਹ ਅਕਾਲ ਪੁਰਖ ਵਾਹਿਗੁਰੂ
मैं फिर ना भुल जावां भी साढ़े धार्मिक स्थान या होर चीज़ है भी उत्थे रह के भी ਜਿਹੜੇ ਗੁਰਮੁਖ ਹੈ ਉਹ ਧਨਤਾ ਯੋਗ ਨੇ ਜਿਹੜੀ ਰਹਿਣੀ ਵਿੱਚ ਰਹਿੰਦੇ ਹੈ, ਜਾਂ ਜਿੱਥੇ ਨਹੀਂ ਉਹਨਾਂ ਦਾ ਦੂਜਿਆਂ ਦਾ ਹੈਗਾ। ਜਿਸ ਤਰ੍ਹਾਂ ਇਹ ਕੋਈ ਐਡੀ ਗੱਲ ਨਹੀਂ ਹੈ, ਅਸੀਂ ਹੁਣ ਹੀ ਕਹਿ ਦਿੰਦੇ ਵੀ ਦੇਖੋ ਜੀ ਉੱਥੇ ਆਹ ਮਰਿਆਦਾ ਜੀ, ਉਸ ਤਖ਼ਤ ਸਾਹਿਬ ਦੇ ਉੱਤੇ ਆਹ ਨਹੀਂ ਠੀਕ ਹੁੰਦਾ ਜੀ, ਉਹ ਆਪਣੀ ਮਰਜ਼ੀ ਕਰਦੇ ਹੈ ਜੀ। ਉਹ ਉੱਥੇ ਹੈ ਵਾਹਿਗੁਰੂ ਦੀ ਐਸੀ ਖੇਡ ਹੀ ਹੈ। ਇਹ ਤਾਂ ਗੱਲਾਂ ਉਰੇ ਨੇ। ਇੱਕ ਐਸੇ ਵੀ ਆਦਮੀ ਨੇ ਜਿਹੜੇ ਬਿਲਕੁਲ ਗੁਰੂਆਂ ਨੂੰ ਨਹੀਂ ਮੰਨਦੇ, ਜਿਹਨਾਂ ਨੂੰ ਗੁਰੂਆਂ ਨੂੰ ਗੁਰਤਾ ਗੱਦੀ ਮਿਲੀ ਹੈ, ਉਹਨੂੰ ਨਹੀਂ ਮੰਨਦੇ। ਉਹਨਾਂ ਦੇ ਆਪਣੇ ਗੁਰੂ ਹੈ, ਜਿਵੇਂ ਧੀਰ ਮੱਲੀਆਂ ਦਾ ਆਪਣਾ ਗੁਰੂ ਹੈ। ਉਹ ਦੂਜੇ ਗੁਰੂਆਂ ਨੂੰ ਨਹੀਂ ਮੰਨਦੇ, ਪਿਛਲਿਆਂ ਨੂੰ ਤਾਂ ਮੰਨਣਗੇ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਤਾਂ ਸਾਰੇ ਗੁਰੂ ਮੰਨਦੇ ਆ, ਅਤੇ ਦੂਜੇ ਅੱਗੇ ਤੋਂ ਅੱਗੇ ਜਾ ਕੇ ਅਤੇ ਇੱਕ ਵਾਰ ਨਹੀਂ ਦੱਸਦੇ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ ਧੀਰ ਮੱਲੀਆਂ ਦਾ ਕਬਜ਼ਾ ਸੀ ਇੱਥੇ ਹਰਿਮੰਦਰ ਸਾਹਿਬ 'ਤੇ ਵੀ, ਸਾਰੇ ਆਲੇ ਦੁਆਲੇ ਵੀ। ਅਤੇ ਉਹ ਗੁਰੂ ਆਏ ਆ, ਲੋਕ ਇਹਨਾਂ ਦੇ ਮਗਰ ਲੱਗਦੇ ਆ। ਉਹਨਾਂ ਨੂੰ ਤਾਂ ਇਹ ਖਤਰਾ ਹੁੰਦਾ ਵੀ ਕਿਤੇ ਇੱਥੇ ਕਬਜ਼ਾ ਹੀ ਨਾ ਕਰ ਲੈਣ। ਉਹ ਜੰਦਰੇ ਲਾ ਕੇ ਚਲੇ ਗਏ। ਜੰਦਰੇ ਲਾ ਕੇ ਚਲੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਾਂਤ ਸਰੂਪ ਆਪਣੇ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਇੱਕ ਸਾਈਡ ਦੇ ਉੱਤੇ ਉਹ ਆਪਣੇ ਛੜਾ ਸਾਹਿਬ ਹੈ, ਉੱਥੇ ਭੋਰਾ ਵੀ ਹੈ, ਅਤੇ ਉੱਥੇ ਮਹਾਰਾਜ ਚਲੇ ਗਏ। ਅਤੇ ਕਹਿੰਦੇ ਨਹਿ ਮਸੰਦੇ ਅੰਮ੍ਰਿਤਸਰੀਏ ਤ੍ਰਿਸ਼ਨਾ ਅਗਨੀ ਅੰਤਰ ਛੜੀਏ। ਇਹ ਜਿਹੜੇ ਹੁਣ ਮਸੰਦ ਬਣੇ ਹੋਏ ਨੇ ਨਾ, ਇਹ ਮਸੰਦ ਨਹੀਂ। ਮਸੰਦ ਹੁੰਦਾ ਮਸਨਦ ਤੋਂ ਵੀ ਸਤਿਕਾਰਯੋਗ ਥਾਂ ਜਾਂ ਪਦਵੀ ਹੋਣੀ, ਉਹਨੂੰ ਕਿਹਾ ਜਾਂਦਾ ਸੀ। ਗੱਦੀ ਦਾ ਨਾਮ ਵੀ ਹੈ ਉਸ ਗੱਦੀ ਦਾ, ਛੋਟੇ ਦਰਜੇ ਦੇ। ਇਹ ਤਾਂ ਤ੍ਰਿਸ਼ਨਾ ਅਗਨੀ ਦੇ ਅੰਦਰੋਂ ਸੜੀ ਉਹਨਾਂ ਨੇ ਹੋਣਾ ਹੀ ਹੈ। ਇਹ ਵੀ ਗੱਲ ਛੱਡੋ ਤੁਸੀਂ। ਇੱਕ ਤਾਂ ਇਹ ਨਹੀਂ, ਚਲੋ ਉਹ ਗੁਰੂ ਬਣਦੇ ਆ, ਟੇਕਦੇ ਮੱਥਾ ਜਾ। ਇੱਕ ਇਹੋ ਜਿਹੇ ਨੇ ਜਿਹੜੇ ਐਸੀ ਵਿਰੋਧੀ ਹੋਣਗੇ, ਇਹ ਜਿਹੜਾ ਹੈਗਾ ਆਪਣੇ ਹਰਿਮੰਦਰ ਸਾਹਿਬ ਹੈ, ਇਹ ਸਿੱਖ ਇੱਥੋਂ ਪੈਦਾ ਹੁੰਦੇ ਆ ਅਤੇ ਇਹਨੂੰ ਢਾਹ ਹੀ ਦਿਓ। ਉਹਨਾਂ ਨੇ ਢਾਹ ਵੀ ਦਿੱਤਾ। ਅਤੇ ਇੱਕ ਇਹਨਾਂ ਨੇ ਐਸੀ ਬੇਅਦਬੀ ਕੀਤੀ ਜੇ ਮਸਾ ਰੰਗੜ ਜਾਓ, ਸੁਣਨ ਵਾਲੀਆਂ ਗੱਲਾਂ ਨਹੀਂ ਕਿਤੇ। ਸੋ ਇਹ ਵਾਹਿਗੁਰੂ ਪਰਮੇਸ਼ਰ ਫਿਰ ਉਹੋ ਜਿਹੇ ਭਾਈ ਉਹਨਾਂ ਦੇ ਨਾਲ ਵਾਹਿਗੁਰੂ ਨੇ ਦੂਜਾ ਪਾਸਾ ਵੀ ਚੁੱਕ ਦਿੱਤਾ ਵੀ ਚਲੋ ਇਹਨਾਂ ਨੂੰ ਸੋਧੇ ਲਾਓ। ਉਹ ਵੀ ਇਸ ਤਰ੍ਹਾਂ ਦਾ ਇਹ ਚਲੇ ਹੀ ਆਉਂਦਾ ਹੈ ਸਾਰਾ। ਸੋ ਧੰਤਾ ਯੋਗ ਜਿਹੜੇ ਗੁਰਮੁਖ ਨੇ ਵੀ ਯੋਗ ਕਹਿੰਦੇ ਵੀ ਅਸੀਂ ਜੀ ਇਹ ਜੀ ਬਾਣੀ ਘੱਟ ਪੜ੍ਹਦੇ ਆ ਜੀ, ਇੱਥੇ ਇਹ ਮਰਿਆਦਾ ਨਹੀਂ ਰੱਖਦੇ ਜੀ, ਜਾਂ ਆਪਣਾ ਹੀ ਹੁਕਮ ਚਲਾਉਂਦੇ ਆ ਜੀ, ਨਾ ਅਕਾਲ ਤਖ਼ਤ ਸਾਹਿਬ ਦਾ ਜਾਂ ਹੋਰ ਚੀਜ਼ ਦਾ ਲੈਂਦੇ ਆ ਜੀ। ਹੁਕਮ ਅਕਾਲ ਤਖ਼ਤ ਸਾਹਿਬ ਦਾ ਹੈ। ਉਹ ਮੈਂ ਪੱਠੇ ਸਾਹਿਬ ਸੀ, ਉਹ ਕੀ ਨੇ ਕਹਿੰਦੇ ਬੋਲੇ ਸਿੱਧੇ ਜਿਹੇ ਹੁੰਦੇ, ਕਹਿੰਦੇ ਇਹ ਕਹਿੰਦੇ ਅਕਾਲ ਤਖ਼ਤ ਦਾ ਇਹ ਹੁਕਮ ਹੈ ਜਾਂ ਹੋਰ ਜੀ ਅਕਾਲ ਤਖ਼ਤ ਦਾ ਜਥੇਦਾਰ ਦਾ। ਅਕਾਲ ਤਖ਼ਤ ਦੇ ਮਾਲਿਕ ਦਾ ਗੁਰੂ ਮਹਾਰਾਜ ਨੇ ਵੀ ਗੱਲ ਤਾਂ ਸਿਰੇ ਦੀ ਕਹੀ। ਕੋਈ ਮਾਲਿਕ ਦਾ ਹੁਕਮ ਚੱਲੂਗਾ ਕਿ ਕਿਹਦਾ ਚੱਲਣਾ ਹੈ? ਸੋ ਮੈਂ ਸੁਣਿਆ ਸੀ ਆਪਣੇ ਸਤਿਕਾਰਯੋਗ ਸੁਣਿਆ ਪਟਨੇ ਸਾਹਿਬ ਦੇ ਸਿੰਘ ਸਾਹਿਬ ਆਏ ਹੋਏ ਨੇ, ਬਹੁਤ ਚਿਰ ਹੋ ਗਿਆ ਇੱਥੇ ਹੀ ਟਕਸਾਲ ਦੇ ਵਿੱਚੋਂ। ਇਹ ਚੰਗਾ ਹੈ ਜਿਹੜਾ ਵੀ ਕੋਈ ਰੱਖ ਲਵੇ ਉਸ ਚੀਜ਼ ਨੂੰ, ਉਹਦੀ ਸ਼ੋਭਾ ਹੁੰਦੀ ਹੈ। ਜਿਵੇਂ ਹਜ਼ੂਰ ਸਾਹਿਬ ਹੁਣ ਜਿਹੜੇ ਉਹ ਪਹਿਲਾਂ ਪੁਜਾਰੀ ਕਹਿੰਦੇ ਸੀ, ਉਹਨਾਂ ਦੀ ਸਾਰੀ ਸਿਫਤ ਕਰਦੇ ਵੀ ਚੰਗੇ ਹੈ, ਹਰੇਕ ਹੈ। ਸੋ ਸਮੇਂ ਸਮੇਂ ਦੀ ਖੇਡ ਹੈ, ਅਤੇ ਇਸ ਕਰਕੇ ਵਿਚਾਰ ਇੰਨੀ ਹੋ ਜਾਂਦੀ ਹੈ ਵੀ ਜੇ ਸ਼ੁੱਧ ਹੋ ਜਾਵੇ ਤਾਂ ਚੰਗਾ ਹੀ ਹੈ। ਜਿਹੜੇ ਸਥਾਨ ਸ਼ੁੱਧ ਆਦਮੀਆਂ ਦੇ ਹੱਥ ਆਉਣ ਤਾਂ ਫਿਰ ਹੀ ਸ਼ੁੱਧ ਰਹਿ ਸਕਦੇ ਆ। ਹੁਣ ਤਾਂ ਸ਼ੁੱਧ ਰਹਿਣਾ ਹੀ ਰਹਿਣਾ, ਰੱਬ ਨੇ ਵਿਗੜਨਾ ਨਹੀਂ, ਅੰਦਰ ਵੀ ਹੋਇਆ ਨਹੀਂ। ਉਹਨਾਂ ਨੇ ਕਬੀਰ ਸਗਲੀ ਧਰਤੀ ਸਾਧਕੀ तस्कर वैसे गाहे, धरती पार न व्यापी उनको लाहू लाए, वो समाप्त हो जाएंगे। सो ये विसाखी का पुरब निर्मल ते अंतरीब इस आई जड़ियाँ विचारां ने, सो गुरु महाराज ने पक्का ही करने वास्ते
ਤਾਂ ਪਹਿਲਾਂ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਨਿਰਮਲ ਉਜਲ ਵੀ ਖਾਲਸ ਹੋਵੇ, ਹੌਲੀ ਹੌਲੀ ਪਹਿਲਾਂ ਭਗਤੀ ਕਰੋ, ਸੇਵਾ ਕਰੋ, ਉਜਲ ਹੋ ਜਾਏ, ਪੱਕੇ ਹੋ ਜਾਣ, ਉਹਦੇ ਯੋਗ ਹੋ ਜਾਣ। ਅਤੇ ਪਹਿਲਾਂ ਹੀ ਨਾ ਵੀ ਆਓ ਸਿਰ ਦਿਓ ਅਤੇ ਭੱਜ ਹੀ ਜਾਣ, ਕੋਈ ਵੀ ਨਾ ਨੇੜੇ ਆਵੇ। ਵੀ ਹੌਲੀ ਹੌਲੀ ਪੱਕੇ ਕਰਨਾ, ਫਿਰ ਪੱਕਾ ਉਹ ਨਿਕਲੂਗਾ ਜਿਹੜਾ ਸਿਰ ਦੇਊਗਾ, ਉਸ ਪਦਵੀ ਨੂੰ, ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਦੀ ਪਦਵੀ 'ਤੇ ਟਿਕ ਜਾਊ। ਜਦੋਂ ਪਰਖ ਹੋਈ, ਕਈ ਗੁਰੂ ਬਣੇ ਹੈ ਲੋਕਾਂ ਦੇ ਵਿੱਚ, ਕਹਿੰਦੇ ਜੀ, ਜਾਂ ਛੋਟੇ ਗੁਰੂ ਬਣਦੇ ਨੇ ਜੀ, ਸਿੱਖਿਆ ਜਾਂ ਹੋਰ ਚੀਜ਼ ਆ, ਕਹਿੰਦੇ ਜੀ ਉਹ ਗੁਰੂ ਆ, ਉਹ ਗੁਰੂ ਆ। ਵੀ ਗੁਰੂ ਘਰ ਦੇ ਵਿੱਚ ਉਹ ਗੁਰੂ ਹੈ ਜਿਹੜਾ ਪਰਖ ਕਰਨ ਤੋਂ ਸ਼ੁੱਧ ਹੋ ਕੇ ਫਿਰ ਉੱਥੇ ਟਿਕਿਆ। ਅਤੇ ਸਿੱਖ ਵੀ ਉਹੀ ਹੈ। ਹੁਣ ਅੱਜ ਦੇ ਦਿਹਾੜੇ ਵਿੱਚ ਸਿੱਖ ਵੀ ਉਹੀ ਹੈ। ਸੋ ਸਿੱਖ ਸਖਾ ਬੰਧਪ ਹੈ ਪਾਏ, ਅਤੇ ਉਸ ਦਾ ਨਾਮ ਖਾਲਿਸ ਸਿੱਖ ਵੀ ਉਹੀ ਹੈ ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ। ਉਹੀ ਸਾਰੇ ਸਿਧਾਂਤ ਨੇ। ਅਤੇ ਉਹਦੇ ਵਾਸਤੇ ਪੱਕੇ ਜਾਂ ਹੋਰ ਵੀ ਐਵੇਂ ਨਾ ਕੋਈ ਕਹੇ ਵੀ ਲਓ ਜੀ ਇਹਨਾਂ ਨੂੰ ਵਡਿਆਈ ਦਿੱਤੀ ਜਾਂ ਹੋਰ ਚੀਜ਼ ਹੈ। ਉਹ ਗੁਰੂ ਮਹਾਰਾਜ ਜੀ ਨੇ ਵਿਸਾਖੀ ਦੇ ਪੁਰਬ 'ਤੇ ਪਹਿਲਾਂ ਹੋਲਾ ਮਹੱਲਾ ਗੁਰੂ ਮਹਾਰਾਜ ਨੇ ਚਲਾਇਆ ਸੀ ਵੀ ਉੱਥੇ ਸ਼ਸਤਰ ਵਿਦਿਆ ਹੋਰ ਹੋਣ, ਸਭ ਇਹਨਾਂ ਦੇ ਵੀਰ ਰਸ ਭਰੀਏ, ਭਾਰਤ ਭੂਮੀ ਦੇ ਲੋਕਾਂ ਦੇ ਵਿੱਚ ਇਹਨਾਂ ਨੂੰ ਸ਼ੁੱਧ ਕਰ ਦਈਏ, ਖਾਲਸ ਬਣਾ ਦਈਏ। ਪਹਿਲਾਂ ਵੀ ਉਹ ਤਾਂ ਇਹ ਚੱਲੀ ਆਈ ਰੀਤੀ, ਸਤਿਯੁਗ ਦੇ ਵਿੱਚ ਸੱਚ ਕਹੇ ਸਭ ਕੋਈ। ਅਤੇ ਉਹ ਸਾਰਿਆਂ ਨੂੰ ਬੁਲਾ ਕੇ ਵੀ ਭਾਈ ਇਹ ਤਾਂ ਹੋ ਸਕਦਾ ਹੈ ਵੀ ਜੇ ਕਰਕੇ ਤੁਸੀਂ ਆਪਣੇ ਜਿੰਦ ਜਾਨ ਦੇ ਵਿੱਚ ਸਿਰ ਹੈ, ਕਿ ਇਹ ਤਾਂ ਕੰਮ ਪੂਰਾ ਹੋ ਸਕਦਾ ਜੇ ਤੁਸੀਂ ਇੱਥੋਂ ਤੱਕ ਬਈ ਸਿਰ ਤੱਕ ਦੇ ਦੇਣਾ, ਪਰ ਕੰਮ ਉਲਟ ਨਹੀਂ, ਨਾ ਆਪ ਕਰਨੇ ਨਾ ਕਰਨ ਦੇਣੇ। ਉਹ ਫਿਰ ਗੁਰੂ ਮਹਾਰਾਜ ਨੇ ਸਾਰੇ ਇਕੱਠ ਦੇ ਵਿੱਚ ਕਿਹਾ ਵੀ ਭਾਈ ਜਿਹੜਾ ਇਹ ਵਿਗੜ ਚੁੱਕਾ ਹੈ ਇੱਥੇ ਦੇ ਭਾਰਤ ਭੂਮੀ ਦਾ, ਔਰ ਜ਼ੋਰ ਜ਼ੁਲਮ ਹੋ ਰਿਹਾ ਹੈ, ਇਹਨੂੰ ਤੁਸੀਂ ਐਂ ਨਹੀਂ ਮੇਟ ਸਕਦੇ। ਉਹ ਤਾਂ ਸਿਰ ਧਰਦੀ ਬਾਜ਼ੀ ਲਾ ਕੇ ਤੁਹਾਡੇ 'ਤੇ ਹਮਲੇ ਕਰਦੇ ਨੇ ਵੀ ਮਰ ਗਏ ਨਹੀਂ ਤਾਂ ਸਭ ਕੁਛ ਲੈ ਜਾਵਾਂਗੇ, ਅਤੇ ਤੁਸੀਂ ਲੁਕਦੇ ਹੋ। ਇਸ ਕਰਕੇ ਹੁਣ ਤੁਹਾਨੂੰ ਪੱਕਿਆਂ ਕਰਨ ਵਾਸਤੇ ਡਰੋ ਨਾ ਬਾਰੀ ਤੋਂ, ਜਿਹੜੇ ਬਾਹਰਲੇ ਕੋਈ ਐਸੇ ਮਲੇਸ਼ ਆਉਂਦੇ ਨੇ ਜਾਂ ਹੋਰ ਆਪਣੇ ਧੀ ਭੈਣ ਦੀ ਵੀ ਹੋਰ ਕੋਈ ਪਰਵਾਹ ਨਹੀਂ, ਜਾਂ ਸਭ ਨੂੰ ਵਿਗਾੜਦੇ ਆ, ਉੱਥੇ ਰਹਿ ਕੇ ਵੀ ਵਿਗਾੜਦੇ ਆ, ਕਿਉਂ ਲੁਕੇ ਬੈਠੇ ਹੋ? ਕਾਇਮ ਹੋ ਜਾ, ਸਿਰ ਦਿਓ ਦਿੰਦੇ ਆ। ਇਹ ਬਹੁਤ ਕੋਈ ਲੱਖਾਂ ਦੀ ਗਿਣਤੀ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਸੀਗਾ। ਅਤੇ ਉਹਦੇ ਵਿੱਚੋਂ ਕਹਿੰਦੇ ਭਾਈ ਦਇਆ ਸਿੰਘ ਜੀ ਨੇ ਕਿਹਾ ਵੀ ਹਾਂ ਮਹਾਰਾਜ ਮੇਰੀ ਗਲਤੀ ਹੈ, ਜਿਹੜਾ ਪਹਿਲੇ ਵਚਨ 'ਤੇ ਨਹੀਂ ਹਾਂ ਕਰ ਸਕਿਆ, ਸਿਰ ਉਦੋਂ ਦਾ ਹੀ ਤੁਹਾਡਾ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਲੈ ਲਓ। ਉਹ ਗੁਰੂ ਮਹਾਰਾਜ ਨੇ ਲੈ ਲਿਆ। ਉੱਥੇ ਹੀ ਸਾਰੇ ਜਿੱਥੇ ਸਟੇਜ ਬਣੀ ਹੋਈ ਹੈ ਸਾਰਿਆਂ ਦੇ ਸਾਹਮਣੇ ਪਹਿਲਾਂ ਤੋਂ ਵੀ ਡਰ ਗਏ, ਬਹੁਤੇ ਖਿਸਕੀ ਗਏ, ਵਿੱਚ ਥੋੜ੍ਹੇ ਰਹਿ ਗਏ। ਫਿਰ ਕਿਹਾ ਵੀ ਇੱਕ ਨਾਲ ਨਹੀਂ ਸਰਨਾ, ਦੂਜੇ ਸੀਸ ਦੇ ਇਸ ਤਰ੍ਹਾਂ ਦੂਸਰਾ, ਤੀਸਰਾ, ਚੌਥਾ, ਪੰਜੇ। ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਉਹਨਾਂ ਦੇ ਸਿੰਘ ਨਾਮ ਪਿੱਛੇ ਹੋਏ। ਪਹਿਲਾਂ ਦਇਆ ਰਾਮ ਸੀ, ਇਸ ਤਰ੍ਹਾਂ ਹੀ ਧਰਮਦਾਸ ਸੀ। ਅਤੇ ਇਹ ਐਵੇਂ ਨਹੀਂ ਸੀ ਇਹਨਾਂ ਨੇ ਸਿਰ ਦਿੱਤੇ, ਇਹਨਾਂ ਦੀ ਪਹਿਲੀ ਕਮਾਈ ਸੀ। ਜਿਵੇਂ ਪਹਿਲੀ ਕਿਸੇ ਦੀ ਕਮਾਈ ਹੋਵੇ ਨਾ, ਅਤੇ ਉਹ ਇੱਥੇ ਲੱਗਦਾ ਹੀ ਆਪਣੇ ਸਿਮਰਨ ਨੂੰ ਲੱਗ ਜਾਂਦਾ, ਜਾਂ ਸਿੱਖੀ ਵਾਲੀ ਝੁਕਾਅ ਹੁੰਦਾ ਹੈ, ਉਹ ਫਿਰ ਉਹਨੂੰ ਛੇਤੀ ਹੋ ਜਾਂਦਾ। ਇਸ ਤਰ੍ਹਾਂ ਹੀ ਇਹ ਵੀ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਵੀ ਅਸੀਂ ਵੀ ਬੜਾ ਤਪ ਕੀਤਾ ਅਤੇ ਇਸ ਤਰ੍ਹਾਂ ਵਾਹਿਗੁਰੂ ਦਾ ਹੁਕਮ ਹੋਇਆ, ਇਹ ਵੀ ਤਪ ਹੀ ਕਰਦੇ ਸੀ, ਪਿਛਲੇ ਜਨਮਾਂ ਦੇ ਭਗਤ ਸੀ। ਜਿਵੇਂ ਇਹ ਆਪਣੇ ਭਾਈ ਦਇਆ ਸਿੰਘ ਜੀ ਵੀ ਇਹ ਰਾਮਚੰਦਰ ਜੀ ਦੇ ਜਿਹੜੇ ਲੜਕੇ ਲਹੂ ਹੋਏ, ਉਹ ਆਪਣਾ ਇਹਨਾਂ ਦੀ ਵੰਸ਼ ਵਿੱਚੋਂ ਸਭ ਕੁਝ ਤਿਆਗ ਕੇ ਅਤੇ ਤਪ ਕਰਦੇ ਰਹੇ ਅਤੇ ਉਹਦੇ ਫਿਰ ਜੋਤ ਵਿੱਚ ਰਲੇ। ਜਿਸ ਤਰ੍ਹਾਂ ਗੁਰੂ ਮਹਾਰਾਜ ਗਿਆ ਸੀ ਵੀ ਇੱਕ ਰੂਪ ਹੋ ਗਏ। ਫਿਰ ਉਹਨਾਂ ਨੂੰ ਵੀ ਇਹ ਸਾਰੇ ਚੀਜ਼ ਹੁੰਦੀ ਹੈ। ਇਸ ਤਰ੍ਹਾਂ ਹੀ ਧਰਮ ਸਿੰਘ ਜੀ ਇਹ ਦੱਸਦੇ ਵੀ ਧੰਨਾ ਜਿਹੜਾ ਜੱਟ ਹੋਇਆ, ਇਹਨੂੰ ਇੱਕ ਵਾਰੀ ਹੰਕਾਰ ਹੋ ਗਿਆ, ਧੰਨੇ ਨੂੰ ਬੜੀ ਛੇਤੀ ਮੈਂ ਰੱਬ ਪਾ ਲਿਆ। ਉਹ ਕਹਿੰਦਾ ਤੂੰ ਵੇਖ ਤਾਂ ਸਹੀ
रब ने कहा पिछले झाती मार के वेख के अगे 1100 जन्मां दा मैं भगती करदा आया। इस तरह ही दूजे ये भगत सी। इस दे उत्ते जिहड़ियां साड़ियां मुक्ति दियां विचारां परमार्थ दे विच चलियां होईयां ने और गुरबाणी दे विच भी आउंदे हन ऐसे वाक। ते एक सरगुण स्वरूप है, एक निर्गुण स्वरूप है। सरगुण दे भी अगे 4 तरह दियां श्लोक समीप स्वरूप सुजुज ये मुक्तियां ते निर्गुण दी कोई केवल है ज्यों जल में जलाए खटाना त्यों ज्योति संजोत समाना। कि ये शंका कर देंदे ने जी भी जे इस तरह वो रल गए तो फिर बाहर निकले किवें उत्थों रब चों, ये तो फिर मुक्त ना होए। नहीं, ऐसी शंका ठीक है, विचार करनी चाहिए है, मन चो दूर करनी चाहिए। पर नहीं, ये जानबूझ के कोई हट ना करे तो वह टीचा रहना, वह हृदय नहीं शुद्ध हो सकता। वो है वाहिगुरु परमेश्वर जिहड़ा अंतरजामी है, वो हमेशा ही शुद्ध स्वरूप है। अपनी इच्छा अनुसार ही वो माया की है शक्ति है। कुदरत कहो, कुदरत कवन हमारी, कुदरत कवन कहा विचार। वाहिगुरु की शक्ति का कोई विचार कह सकता है? उसने शक्ति कहो, माया कहो, अज्ञान कहो, अविद्या कहो, अंदर बचनी कहो, ते शक्ति नूं जोर कहो, बल कहो। केता तान सवाले रूप, केती दात जाने कौन कोई दस सकता है? वो अपनी इच्छा अनुसार ही जदों संसार प्रगट करना है ऐसा विचार करता है, जदों नहीं करना। जब उद कर करा करतारा प्रजा तरत दे पारा, जब आ कर करते हो कबू तुम मैं मिले दे तर सक। हर जेते बदन शिष्ट जब तारे आप अपनी बूझ चारे, तुम सभी ते रह निरालम जानत वेद पेद आराम अनाद सम। किन्नी सुखाली बाणी है चौपई, ऐसा सिद्धांत पूरत है, बड़ी छोटी है। असी मतलब नूं तां जदों कोई भीड़ पवे या साध संगत गुरमुखां दी होवे, कहंदे जी मैनूं दुख तकलीफ है, कहंदे चौपई दे पाठ करिया कर। मतलब नूं तां याद कर लई, चल करता लई ना, इधर लगा तो है ना। ते दूजी बाणी भाई जपजी साहब है, सुखमनी साहब है, जाप साहब है। जाप साहब तो बहुत डरते हैं असी, यह किसी किसी के कंठ होता है। और फिर शुद्ध होना ते तंत्रा योग ने पाई वो गुरमुख गुरसिख जिहड़े निष्काम हो के इहदा नितनेम करते हैं, सुखमनी साहब पढ़ते हैं। श्री आसा जी की वार दे विच जिन्ने भी राज प्रबंध नैतिक और धर्मां दी विचार का निर्णय करके असली शुद्ध रूप जिहड़े विचार कहे ने, राज प्रबंध इस तरह होना चाहिए, धर्मी पुरुषों में इस तरह होनी चाहिए, आ चाहिए। वो श्री आसा की वार दे दूजिया बाणियां नालों विशेष है और निर्णय पूर्वक है और ब्रह्म ज्ञान भी है। क्योंकि एक कृष्ण सर्वदेवा देव देवा ता आत्मा आत्मा वास देवस, जे को जाने प्यो नानक ताका दास है सोई निरंजन देव। पाखंडम का बहुत इस करके मैं कहा भी ये गुरु महाराज ने आसा की वार रोज़ पढ़ते हैं असीं, वो क्यों रखती सवेर वेले? वो भी साडा बहुत प्रबंध बिगड़िया हुआ है, व्यवहार बिगड़िया हुआ है, खान पान बिगड़िया हुआ है। ये शुद्ध हो गए तो जिन्हें भी कोई शुद्ध करता है भी जोड़ा झूठ पे पराया हक या दो ही गल्लां ने व्यवहार शुद्ध हो गए। वो फिर गुरु महाराज ने ये शीश लैके उत्थे सारिਆਂ ਦੇ सामने पहला लोगों के विच काफ़ी चिर तो शंका जी बने आती। हूँ इत्थे संप्रदाय दे विच तां जदों तो मैं पढ़न आया या सुनिया या होर जिहड़े वो तो महापुरुष ही दसदे रहे ने कि गुरु महाराज ने शीश लए तो फिर गुरु महाराज ने सुरजीत कीते अमृत की शक्ति के नाल। हुण थोड़े चिर तो साल 2 साल होया ते
ਜਿਹੜੇ ਸਿਆਸੀ ਲੋਕ ਨੇ ਉਹ ਕੁਛ ਕਹੀ ਜਾਂਦੇ, ਕੋਈ ਕੁਛ ਕਹੀ ਜਾਂਦੇ, ਕੋਈ ਕਹਿੰਦੇ ਆਹ ਲਾਇਆ ਹੈ। ਪਰ ਹੁਣ ਪਤਾ ਲੱਗਾ ਵੀ ਅਲੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਉੱਥੇ ਇਹਨਾਂ ਦਾ ਮੁਸਲਮਾਨਾਂ ਦਾ ਸਾਰਾ ਜਿਤਨਾ ਵੀ ਕੋਈ ਗੱਲਾਂ ਬਾਤਾਂ ਉਹ ਸਭ ਮਿਲ ਪੈਂਦੀਆਂ ਨੇ, ਰੱਖੀਆਂ ਹੁੰਦੀਆਂ ਨੇ। ਵੀ ਉਹਦੇ ਵਿੱਚੋਂ ਇਹ ਪਤਾ ਲੱਗਿਆ ਵੀ ਇੱਕ ਬ੍ਰਾਹਮਣ ਸੀ ਮੁਸਲਮਾਨ ਬਣਿਆ ਹੋਇਆ, ਅਤੇ ਔਰੰਗਜ਼ੇਬ ਨੇ ਉਹਨੂੰ ਭੇਜਿਆ ਵੀ ਤੂੰ CID ਕਰਨੀ ਹੈ ਗੁਪਤ, ਵੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਨੇ। ਔਰ ਪਤਾ ਲੱਗਾ ਵੀ ਇਹ ਖਾਸ ਵਿਸ਼ੇਸ਼ ਕੋਈ ਪ੍ਰੋਗਰਾਮ ਬਣਾ ਰਹੇ ਨੇ ਇਸ ਵੇਲੇ, ਇਸ ਸਾਲ ਦੇ ਵਿੱਚ, ਅਤੇ ਉਹ ਸਾਰਾ ਆ ਕੇ ਦੱਸਣਾ ਹੈ। ਉਹ ਚਲੇ ਗਿਆ ਅਤੇ ਉਹਦੇ ਚੰਗੇ ਭਾਗ ਸੀ ਕੋਈ ਮਹਾਰਾਜ ਨੇ ਜਿਹਨੂੰ ਪਰਮੇਸ਼ਰ ਨੇ ਲਾਉਣਾ ਹੀ ਹੈ, ਅਤੇ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਬ੍ਰਾਹਮਣ ਬਣਿਆ। ਮੱਥਾ ਟੇਕਿਆ ਅਤੇ ਇਹਨਾਂ ਦਾ ਤਾਂ ਹੁੰਦਾ ਹੀ ਹੈ ਕੰਮ CID ਦਾ, ਨੇੜੇ ਹੋਣਾ, ਨੇੜੇ ਹੋਣਾ, ਧਰਮ ਦੇ ਚਿੰਨ੍ਹ ਜਾਂ ਉਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਿੱਖੀਆਂ ਹੁੰਦੀਆਂ ਨੇ। ਅਤੇ ਮਹਾਰਾਜ ਹੱਸ ਪਏ, ਕਹਿੰਦੇ ਜੀ ਇਹ ਨੇੜੇ ਹੋ ਗਏ। ਕਹਿੰਦੇ ਜੀ ਹੱਸੇ ਕਿਉਂ ਹੋ ਗਏ? ਕੋਈ ਨਹੀਂ, ਇਹ ਲੱਗ ਜੂ ਪਤਾ ਤੈਨੂੰ। ਲੋਏ ਰਹਿਣ ਲੱਗ ਪਿਆ ਅਤੇ ਜਦੋਂ ਗੁਰੂ ਮਹਾਰਾਜ ਦਾ ਸਾਰਾ ਇਹ ਕੁਛ ਦਿਹਾੜਾ ਆਇਆ ਵਿਸਾਖੀ ਦਾ, ਅੱਜ ਦਾ ਖਾਲਸੇ ਦਾ, ਅਤੇ ਉਹ ਦੱਸਦਾ ਜਾ ਕੇ ਫਿਰ ਔਰੰਗਜ਼ੇਬ ਨੂੰ, ਉੱਥੇ ਉਹ ਲਿਖਤ ਵੀ ਪਈ ਹੈ। ਉਹ ਕਹਿੰਦਾ ਵੀ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਪਹਿਲਾਂ ਸੀਸ ਲਏ ਹੈ, ਪਹਿਲਾਂ ਤਾਂ ਸੀਸ ਇਹਨਾਂ ਦੇ ਪੰਜਾਂ ਦੇ ਲਾਇਆ, ਫਿਰ ਨਾਲ 5 ਹੋਰ ਤਿਆਰ ਹੋ ਗਏ ਸੀ ਜਿਨ੍ਹਾਂ ਨੂੰ ਮੁਕਤੇ ਕਹਿੰਦੇ, ਟਹਿਲ ਸਿੰਘ, ਇਹਨਾਂ ਇਸ ਤਰ੍ਹਾਂ ਦੇ ਨਾਂ ਉਹਨਾਂ ਦੇ। ਮਹਾਰਾਜ ਕਹਿੰਦੇ ਨਹੀਂ ਹੁਣ ਸੀਸ ਨਹੀਂ ਲੈਣੇ, ਅੱਗੇ ਨੂੰ ਇੰਨਾ ਹੋਊ ਵੀ ਤੁਸੀਂ ਪਰਨ ਕਰ ਲਿਓ ਵੀ ਗੁਰੂ ਕਾ ਸੀਸ ਹੋ ਚੁੱਕਾ, ਇਹ ਨਹੀਂ ਕਰਨਾ ਸੀ। ਇਹ ਕਹਿੰਦਾ ਵੀ ਸੀਸ ਲਾਏ, ਗੁਰੂ ਮਹਾਰਾਜ ਲਹੂ ਲਹਾਨ ਹੋ ਗਿਆ ਸਟੇਜ ਦੇ ਉੱਤੇ। ਫਿਰ ਗੁਰੂ ਮਹਾਰਾਜ ਨੇ ਸਭ ਸਾਫ਼ ਕੀਤਾ, ਸਾਫ਼ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਜਿਹੜੇ 5 ਸੀ ਉਹਨਾਂ ਦੇ ਧਰ ਪਏ ਅਤੇ ਸੀਸ ਵੱਖਰੇ ਪਏ। ਜਿਹੜਾ ਪਹਿਲਾ ਸੀ ਜਿਵੇਂ ਭਾਈ ਦਇਆ ਸਿੰਘ ਦਾ ਸੀਸ ਲਿਆ ਸੀ, ਉਹ ਪਿਛਲੇ ਦੇ ਭਾਈ ਸਾਹਿਬ ਸਿੰਘ ਦੇ ਉਹਦੇ ਨਾਲ ਜੋੜਤਾ। ਔਰ ਐਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਵੇਂ ਆਪਰੇਸ਼ਨ ਕਰਕੇ ਜ਼ਖਮ ਸੀਂਦੇ ਆ ਕਰਦੇ, ਇਸ ਤਰ੍ਹਾਂ ਕਰ ਦਿੱਤੇ, ਨਾਲ ਜੋੜਦੇ। ਫਿਰ ਫਿਰ ਰਖੇ ਅੰਮ੍ਰਿਤ ਸਜਾ ਕੇ ਜਾਂ ਹੋਰ ਚੀਜ਼ ਉਸਤੇ ਮਾਰੇ, ਸਾਵਧਾਨ ਹੋ ਗਏ। ਅਤੇ ਉਹ ਇਹ ਨਿਸ਼ਚੇ ਦੀ ਗੱਲ ਹੈ। ਕਹਿੰਦੇ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕੀਤਾ। ਅਤੇ ਮੈਂ ਤੈਨੂੰ ਇਹ ਕਹਿੰਦਾ ਵੀ ਉਹ ਤਾਂ ਪਰਮੇਸ਼ਰ ਰੂਪ ਹੈ, ਤੂੰ ਛੱਡ ਦੇ ਆਹ ਗੱਲਾਂ। ਪਰ ਕਿੱਥੇ ਉਹਨਾਂ ਨੇ ਜਿਹੜੇ ਸਿਆਸਤ ਪੈ ਜਾਏ, ਨਾਲੇ ਔਰੰਗਜ਼ੇਬ ਵਰਗੇ ਜਾਂ ਹੋਰ ਚੀਜ਼ ਹੈ। ਫਿਰ ਉਹਨੂੰ ਵੀ ਅੰਮ੍ਰਿਤ ਛਕਿਆ, ਉਹਦਾ ਨਾਮ ਵੀ ਦੱਸਿਆ ਜਾਂ ਹੋਰ ਚੀਜ਼ ਹੈ। ਕਿਉਂ ਗੁਰੂ ਮਹਾਰਾਜ ਸਰਵ ਕਲਾ ਸਮਰੱਥ ਨੇ। ਅਤੇ ਉਹਦੇ ਫਿਰ ਅਸੂਲ ਉਹੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਫਿਰ ਹਿਰਦੇ ਨੂੰ ਸ਼ੁੱਧ ਕਰਨ ਵਾਸਤੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਫਿਰ ਸਾਡੇ 'ਚੋਂ ਇਸ ਵਕਤ ਸੰਪਰਦਾ ਦੇ ਵਿੱਚ ਵੀ ਘਟ ਗਿਆ। ਸੰਪਰਦਾ ਹੀ ਹੈ ਹੁਣ ਤਾਂ। ਹੋਵੇ ਹੁਣ ਤਾਂ ਹੋ ਸਕਦਾ ਕੋਈ ਮੇਰੇ ਮਗਰ ਵੀ ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰਦਾ ਹੈ? ਸੰਪਰਦਾ ਸਾਡੀ ਸੰਪਰਦਾ ਨਹੀਂ ਹੈ। ਐਡਾ ਪ੍ਰਚਾਰ ਹੈ, ਇੱਥੇ ਅਮਰੀਕਾ ਤੱਕ ਜਾਂਦੇ ਹੈ, ਇੰਨੀਆਂ ਕਾਰਾਂ ਹੈ, ਇੰਨੇ ਹੈ, ਹੋਰ ਹੈ। ਨਹੀਂ ਵੀ ਜਿਹੜੀ ਜਿਸ ਤਰ੍ਹਾਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਦੇ ਵੇਲੇ ਸਾਡੀ ਰਹਿਣੀ ਰਹਿ ਗਈ ਹੈ, ਉੱਥੇ ਚੱਲਦੇ ਹੈ। ਹੈ ਤਾਂ ਮਹਾਰਾਜ ਦੀ ਰਹਿਣੀ ਰਹੇ ਸੋਈ ਸਿੱਖ ਮੇਰਾ। ਅਤੇ ਜਿਹੜਾ ਰਹਿਣੀ 'ਚ ਨਹੀਂ ਰਹਿੰਦਾ ਅਤੇ ਕੇਵਲ ਸਿੱਖ ਦੇ ਚਿੰਨ੍ਹ ਤਾਂ ਹੈਗੇ, ਸਿੱਖੀ ਦੇ ਸਾਰਿਆਂ ਦੇ ਚਿੰਨ੍ਹਾਂ ਤੋਂ ਵੀ ਪਤਾ ਲੱਗਣਾ ਵੀ ਕੋਈ ਵੀ ਹੈ ਉਹਦਾ ਚਿੰਨ੍ਹ ਆਪੋ ਆਪਣੇ ਧਰਮਾਂ ਦੇ ਹੈ। ਵੀ ਇੱਧਰ ਸੋਹਣਾ ਕੇਸ ਲਾੜਾ ਦਸਤਾਰ ਸਜੀ ਹੋਈ, ਜਿਹਨੂੰ ਅੰਮ੍ਰਿਤ ਛਕਿਆ, ਗਾਤਰੇ ਕਿਰਪਾਨ ਹੋਈ, ਕਛਹਿਰਾ ਹੋਇਆ, ਸਾਰਾ ਇਹ ਸਿੱਖੀ ਦੇ ਚਿੰਨ੍ਹ ਵਿੱਚ ਸਿੱਖ ਹੈ। ਅਤੇ ਪਤਾ ਤਾਂ ਜਦੋਂ ਵਰਤੋਂ ਲੱਗੂਗਾ ਧਰਮ ਦੀ। ਧਰਮ ਕਹਿੰਦੇ ਧਰਮ ਅਧਰਮ ਅਦ੍ਰਿਸ਼ਟ ਪਾਪ ਪੁੰਨ। ਕਹਿੰਦੇ ਧਰਮ ਅਤੇ ਅਧਰਮ ਕਿਤੇ ਐਂ ਦਿਸਦਾ ਨਹੀਂ ਪੈਂਦਾ, ਧਾਰਮਿਕ ਚਿੰਨ੍ਹ ਦਿਸਦੇ।
ਜਦੋਂ ਉਹਦੇ ਨਾਲ ਵਰਤੋਂ ਪਊਗੀ ਫੇਰ ਪਤਾ ਲੱਗੂਗੀ ਵੀ ਹਾਂ ਇਹ ਝੂਠ ਤਾਂ ਨਹੀਂ ਬੋਲਦਾ। ਹੁਣ ਤਾਂ ਨਹੀਂ ਕਿਸੇ ਦੇ ਮੱਥੇ ਤੋਂ ਪਤਾ ਲੱਗਦਾ ਵੀ ਇਹ ਤੇ ਸੱਚ ਬੋਲਦਾ ਜਾਂ ਹੋਰ ਹੈ। ਇਸ ਕਰਕੇ ਉਹਨਾਂ ਨੂੰ ਅਦ੍ਰਿਸ਼ਟ ਵੀ ਕਿਹਾ, ਪਾਪ ਪੁੰਨ ਵੀ ਕਿਹਾ, ਉਹ ਸਾਡੇ ਅੰਦਰ ਜਮ੍ਹਾਂ ਰਹਿੰਦੇ ਹੈ ਇਹਨਾਂ 'ਚ। ਕਿਉਂ ਭਾਈ ਅੱਜ ਵਿਸਾਖੀ ਦਾ ਇਹ ਪੁਰਬ ਦਿਹਾੜਾ ਗੁਰਸਿੱਖ ਸੰਗਤਾਂ ਦੇ ਵਿੱਚ ਸਾਰੀ ਭਾਰਤ ਭੂਮੀ ਨਾਲੋਂ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਜੇ ਕੇਵਲ ਇਹ ਹੋਊਗਾ ਵੀ ਭੇਖ ਹੋਊਗਾ ਤਾਂ ਹੋਇਆ। ਇੱਥੋਂ ਤੱਕ ਵੀ ਰਹਿਤਨਾਮੇ ਹੋਰ ਸਭ ਦੱਸਦੇ ਨੇ, ਕੇਸ ਧਰੇ ਪਾਹੁਲ ਬਿਨਾ ਮੂਰਖ ਭੇਖੀ ਸਿੱਖ। ਜੇ ਕੇਸ ਵੀ ਰੱਖ ਲੈ, ਦਾਣਾ ਵੀ ਰੱਖ ਲੈ, ਬਾਹਰਲਾ ਲਿਬਾਸ ਵੀ ਰੱਖ ਲੈ, ਹੋਰ ਜਿਵੇਂ ਅੱਜ ਕੱਲ੍ਹ ਵੀ ਉਹ ਕਿਹਨਾਂ ਨੇ ਵੀ ਪ੍ਰਚਾਰ ਚੰਗਾ ਵੀ ਕਰਦੇ ਨੇ, ਉਹ ਕਹਿੰਦੇ ਅੱਜ ਕੱਲ੍ਹ ਤਾਂ ਇਹ ਹੈ ਵੀ ਜੇ ਸੰਤ ਬਣਨਾ ਛੇਤੀ ਦੇ ਨਾਲ ਤੇ ਚੋਲਾ ਲੰਬਾ ਪਾ ਲਓ ਤੇ ਮਾੜਾ ਹੋਰ ਸਾਧਨ ਐਸੇ ਜੇ ਕਰ ਲਓ ਤਾਂ ਛੇਤੀ ਬਣ ਜਾਊਗਾ। ਇਸ ਤਰ੍ਹਾਂ ਹੀ ਕਈ ਅਸਮਤ ਆਦਿਕ ਜਿਹੜੇ ਨੇ ਵੀ ਸਾਨੂੰ ਸਿੱਖ ਚੰਗਾ ਸਮਝਣ, ਨੀਲੀ ਪੱਗ ਵੀ ਬੰਨ੍ਹ ਲਓ ਛੇਤੀ ਨੇ ਕਿ ਇਹਦਾ ਆਦਰ ਸਤਿਕਾਰ ਹੈ। ਕਾਲ ਤਖਤਾਂ ਦੇ ਸਾਹਿਬ ਨੀਲੀ ਰੱਖਦੇ ਹੈ, ਇਹ ਸਾਡਾ ਆਦਰ ਹੋਊਗਾ। ਕਿਰਪਾਨ ਦਾ ਗਾਤਰਾ ਵੀ ਚੌੜਾ ਪਾ ਲਓ ਤੇ ਵਿੱਚ ਕੁਛ ਨਾ ਹੋਵੇ, ਉਹਦਾ ਸਗੋਂ ਬਦਨਾਮੀ ਕਰਾਉਂਦੇ ਹਾਂ ਅਸੀਂ ਇਸ ਭੇਖ ਦੀ। ਉਹਦੇ ਨਾਲੋਂ ਤਾਂ ਉਹੀ ਚੰਗਾ ਹੈ, ਉਹਦੇ ਨਾਲੋਂ ਤਾਂ ਪਸ਼ੂ ਚੰਗਾ ਹੈ। ਉਹ ਤਾਂ ਕਿਸੇ ਨੂੰ ਮਾਰਦਾ ਪਸ਼ੂ, ਉਹ ਧੋਖਾ ਦਿੰਦਾ ਹੈ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੂਲੀ। ਇਸ ਕਰਕੇ ਕਥਾ ਵਾਰਤ ਦੇ ਵਿੱਚ ਤੁਸੀਂ ਕਥਾ ਸੁਣ, ਸਾਦਗੀ ਰੱਖੋ। ਠੀਕ ਹੈ, ਰੰਗਦਾਰ ਕੱਪੜੇ ਉਹ ਲਿਖ ਕੇ ਵੀ ਲਾਤਾ, ਚਮਕੀਲੇ ਭਟਕੀਲੇ ਨਾ ਪਾਓ। ਖਾਸ ਕਰਕੇ ਪਰਮੇਸ਼ਰ ਦੀ ਇੱਕ ਪੁਰਸ਼ ਇਸਤਰੀ ਬਣਾਇਆ ਹੈ। ਇਹ ਇਸ ਸਰੀਰ ਵਿੱਚ ਇਸਤਰੀ ਕੋਈ ਮਾੜੀ ਨਹੀਂ, ਸਾਡੀਆਂ ਮਾਵਾਂ ਵੀ ਨੇ, ਧੀਆਂ ਵੀ ਨੇ, ਮਾਂ ਦਾ ਸਤਿਕਾਰ ਨਹੀਂ ਕਰਦੇ, ਉੱਥੋਂ ਹੀ ਸਭ ਕੁਝ ਹੈ। ਪਰ ਇੱਕ ਪਾਸੇ ਭਈ ਐਸਾ ਵੀ ਹੈ, ਨਾਰ ਮੈਂ ਪੁਰਖ ਮੈਂ ਨਾਰੀ, ਬੁੱਝੋ ਬ੍ਰਹਮ ਗਿਆਨੀ। ਇਸ ਦਾ ਇਤਿਹਾਸ ਵੀ ਬੜਾ ਭਾਰੀ ਹੈ। ਅਤੇ ਇਸ ਕਰਕੇ ਜੇ ਕੱਪੜਾ ਪਹਿਲਾਂ ਤਾਂ ਭਈ ਉਹ ਦੇਖੂਗਾ, ਕੱਪੜਾ ਚੰਗਾ, ਰੰਗ ਚੰਗਾ ਹੁੰਦਾ ਲੱਗਦਾ ਅਤੇ ਫਿਰ ਚਮਕ ਵੀ ਚਾਹੀਦੀ ਹੈ। ਚਾਹੇ ਕੋਈ ਮਾਈ ਬੀਬੀ ਦੇਖਦੀ ਵੀ ਚਮਕ ਵੀ ਹੈ, ਦੂਜੇ ਚੰਗਾ ਵੇਖਣ, ਦੂਜੇ ਚੰਗਾ ਵੇਖਣ। ਉਹਨਾਂ ਨੂੰ ਪਹਿਲਾਂ ਤਾਂ ਮੈਨੂੰ ਚੰਗਾ ਲੱਗੇ, ਫਿਰ ਦੂਜੇ ਚੰਗਾ ਵੇਖਣ ਦੇ ਵੱਲ ਹੀ ਵੇਖਣਗੇ। ਤੂੰ ਉਹਨਾਂ ਨੂੰ ਵਿਖਾਉਣ ਵਾਸਤੇ ਉਹ ਉਹਨਾਂ ਨੂੰ ਵੇਖੇਗੀ, ਕੀ ਹੋਊ ਫਿਰ? ਸੁਣ ਕਥਾ ਹੋਣੀ ਹੈ। ਇਹ ਚੀਜ਼ਾਂ ਨੂੰ ਘਟਾਉਣਾ ਕਿ ਵਧਾਉਣਾ? ਹੁਣ ਦੀ ਗੱਲ ਇਹ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਹੁੰਦੀ ਸੀ, ਮੈਂ ਵੀ ਅੰਮ੍ਰਿਤਸਰ ਰਿਹਾ ਅਤੇ ਬਹੁਤ ਦੇਖ ਲਓ ਗੁਰੂ ਰਾਮਦਾਸ ਸਾਹਿਬ ਦਾ ਸੋਨਾ ਲੱਗਾ, ਸੋਨੇ ਲੱਗ ਕੇ ਉੱਥੇ ਐਸੇ ਪੱਥਰ ਚੀਰੇ ਹੋਰ ਵੀ ਲੱਗੇ ਹੋਏ ਨੇ, ਬੜੀਆਂ ਰਿਸ਼ੀਆਂ ਮਹਾਤਮਾ ਨੇ ਸੋਨਾ ਵੀ ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਜਾਂ ਹੋਰ ਚੀਜ਼ ਲੱਗੇ ਹੋਏ ਨੇ। ਅਤੇ ਚੰਗੇ ਤੋਂ ਚੰਗੇ ਬੀਬੀਆਂ ਵੀ ਫਿਰ ਕੱਪੜੇ ਪਾ ਕੇ ਨਿਕਲਦੀਆਂ। ਉਹ ਜਿਹਨਾਂ ਕੋਲ ਮੈਂ ਉੱਥੇ ਮਹਾਤਮਾ ਲੋਕ ਕਹਿੰਦੇ ਕਿ ਜਿਸ ਕਿਸੇ ਨੇ ਦਰਸ਼ਨ ਕਰਨ ਜਾਣਾ ਹੋਵੇ ਨਾ ਸਾਧੂ ਨੇ, ਤਾਂ ਸਵੇਰ ਵੇਲੇ ਜਾਵੇ ਅੰਮ੍ਰਿਤਸਰ, ਸ਼ਾਮ ਨੂੰ ਨਾ ਜਾਵੇ। ਸ਼ਾਮ ਨੂੰ ਉੱਥੇ ਰੂਪ ਰੰਗ ਦਾ ਜ਼ੋਰ ਹੁੰਦਾ ਹੈ। ਉਹ ਕਿਸੇ ਨੇ ਆਪਣੇ ਸੰਤ ਇਸ ਤਰ੍ਹਾਂ ਹੀ ਸੀ, ਖੁੱਲ੍ਹੇ ਖੁਲਾਸੇ ਵੀ ਸੀ, ਉਹ ਕਹਿ ਵੀ ਦਿੰਦੇ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਿ ਸਿੰਘ ਨੇ ਕਿਹਾ ਜੀ ਉੱਥੇ ਨਾਮ ਬਹੁਤ ਹੈ। ਉਹ ਸੰਤ ਕਹਿੰਦੇ ਉੱਥੇ ਨਾਮ ਵੀ ਬਹੁਤ ਹੈ ਅਤੇ ਕਾਮ ਵੀ ਬਹੁਤ ਹੈ। ਮੈਂ ਵੀ ਗੱਲ ਤਾਂ ਠੀਕ ਹੈ। ਸੋ ਉੱਥੇ ਗਏ ਜੀ ਸੇਵਾ ਕਰਨ ਵਾਸਤੇ, ਸੇਵਾ ਹੋਣੀ। ਸਾਰੇ ਮੇਰੇ ਕੋਲ ਆ ਕੇ ਕਹਿੰਦੇ, ਮੈਂ ਵੀ ਮੈਂ ਤਾਂ ਨਹੀਂ ਜਾ ਸਕਦਾ, ਕਿ ਅੱਗੇ ਗਏ ਕੋਈ ਸਰੀਰ ਨਹੀਂ ਹੁਣ ਕੰਮ ਕਰਦਾ, ਐਵੇਂ ਕਿਤੇ ਡਿੱਗ ਪਏ ਧੱਕਾ ਖਾ ਕੇ।
ਤੇ ਇੱਥੇ ਹੀ ਰੱਬ ਰੱਬ ਕਰਦੇ ਆ ਜਾਨ ਨਿਕਲ ਜਾਏ ਤਾਂ ਚੰਗੀ ਗੱਲ ਹੈ, ਜੋ ਹੈ ਤਾਂ ਉੱਥੇ ਵੀ ਨਿਕਲ ਜਾਏ ਤਾਂ ਚੰਗੀ ਹੈ, ਮਾੜੀ ਨਹੀਂ ਹੈ। ਤੇ ਉਹ ਕਹਿੰਦੇ ਜੀ ਐਸਾ ਮਾਹੌਲ ਬਣਿਆ ਔਰ ਇੰਨਾ ਇਕੱਠ ਸੀ ਲੱਖਾਂ ਦੀ ਗਿਣਤੀ ਦੇ ਵਿੱਚ। ਮੈਂ ਸੁਣਿਆ ਸਿੰਘ ਸਾਹਿਬ ਵੀ ਆਏ ਸੀ, ਉੱਥੋਂ ਬੁਲਾਏ ਹੋਣੇ, ਆਪਣੇ ਮਤਲਬ ਨੂੰ ਸਾਰਿਆਂ ਨੂੰ ਬੁਲਾ ਲੈਂਦੇ ਆ। ਅਤੇ ਜੇ ਉੱਥੇ ਦੇ ਕਹਿਣ ਤੁਹਾਡੀ ਮਰਜ਼ਾਦਾ ਨਹੀਂ ਠੀਕ ਹੈ, ਪਟਨੇ ਸਾਹਿਬ ਵਾਲੇ ਜਾਂ ਹਜ਼ੂਰ ਸਾਹਿਬ ਵਾਲੇ, ਫਿਰ ਨਹੀਂ ਉਹ ਮੰਨਦੇ। ਆਪਣੇ ਮਤਲਬ ਨੂੰ ਜੋੜ ਲੈਣਗੇ ਸਿੰਘ ਸਾਹਿਬਾਂ ਨੂੰ। ਹਾਂਜੀ ਸਿੰਘ ਸਾਹਿਬ 'ਤੇ ਇਹਨਾਂ ਦਾ ਪ੍ਰਭਾਵ ਪੈਂਦਾ। ਕਹਿੰਦੇ ਜੀ ਐਸਾ ਮਾਹੌਲ ਹੋਇਆ ਮਾਈ ਭਾਈ ਦਾ, ਸਾਰਿਆਂ ਦਾ, ਵੀ ਸਾਰਿਆਂ ਦੇ ਮਨ ਇਸ ਤਰ੍ਹਾਂ ਕੋਈ ਕਿਸੇ ਵਾਲੀ ਨਹੀਂ ਸੀ, ਐਨ ਸ਼ਾਂਤ ਸੀ ਕਿਸੇ ਦੇ ਰੂਪ ਰੰਗ। ਮੈਂ ਸੋਚਿਆ ਗੱਲ ਕੀ ਇਹ, ਸਾਰੇ ਹੀ ਇਹ ਹੁਸਤ ਕਰਦੇ ਨੇ। ਮੈਂ ਕਿਹਾ ਵੀ ਜਿਹੜੇ ਮਾਈ ਭਾਈ ਜਿੰਨੇ ਵੀ ਘਰਾਂ ਤੋਂ ਗਏ ਉਹਨਾਂ ਦੇ ਮਨਾਂ ਸੀ ਅਸੀਂ ਸੇਵਾ ਕਰਨੀ ਹੈ, ਅਤੇ ਉੱਥੇ ਕੱਪੜੇ ਜ਼ਰੂਰ ਕੇਸਰ ਜਾਂ ਮਿੱਟੀ ਦੇ ਨਾਲ, ਉਹ ਮਿੱਟੀ ਰੰਗੇ ਹੋਣੇ ਹੀ ਹੈ, ਗਾਰੇ 'ਚ ਲਿਬੜਨੇ ਹੀ ਹੈ, ਅਤੇ ਉਹਨਾਂ ਨੇ ਕੱਪੜੇ ਪਾ ਕੇ ਕੀ ਜਾਣਾ। ਹਾਂ ਅੱਗੋਂ ਪਿੱਛੋਂ ਜਾ ਵੀ ਮੱਥਾ ਟੇਕਣ ਜਾਓ, ਉਸ ਵੇਲੇ ਕੁਛ ਦਿਖਾਓ ਵੀ ਮੱਥਾ ਵੀ ਟੇਕ ਲਓ, ਦੋਨੋਂ ਗੱਫੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ, ਨਾਲੇ ਲੋਕਚਾਰੀ ਰੱਖ ਲਓ ਅਤੇ ਨਾਲੇ। ਪਰ ਇੱਥੇ ਇਹ ਗੱਲ ਨਹੀਂ ਹੋਣੀ, ਪਰ ਹਰ ਲੋਭ ਅਰ ਲੋਕਾਂ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਜਿਨ ਭਗਤ ਬਣਨਾ ਹੈ ਅਤੇ ਹੌਲੀ ਹੌਲੀ ਚਲੋ ਬਣੇ ਹੀ ਜਾਵਾਂਗੇ। ਜੇ ਭਗਤ ਬਣਨਾ ਹੈ ਤਾਂ ਜਾ ਕੇ ਸੇਵਾ ਕਰੋ, ਸੇਵਾ ਵਾਲਿਆਂ ਦਾ ਪੰਥ ਹੈਗਾ। ਅਤੇ ਉੱਥੇ ਮੈਂ ਸੁਣਿਆ ਦੌਂਦੇ ਸਾਹਿਬ ਜੀ ਉਹ ਡਾਂਗ ਵੀ ਰੱਖਦੇ ਆ, ਜੇ ਇੱਧਰ ਉੱਧਰ ਕਿਸੇ ਦੀ ਨਿਗਾਹ ਹੋਵੇ ਤਾਂ ਝਾੜ ਵੀ ਚੰਗੀ ਕਰਦੇ ਆ, ਬੜਾ ਕੰਟਰੋਲ ਹੈ ਉਹਨਾਂ ਦਾ। ਉੱਥੇ ਬੰਦਾ ਬਣ ਜੂ। ਨਹੀਂ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਤਾਂ ਚਲੋ ਜੀ ਛੱਡੋ ਜੀ, ਇੱਥੇ ਜਾਂ ਹੋਰ ਕਰ ਲਓ ਜੀ, ਸਾਡਾ ਪਾਠ ਕਰ ਦਿਓ ਜੀ, ਅਖੰਡ ਪਾਠ ਕਰਾ ਲਿਆ। ਦੇਖੋ ਇੱਕ ਅਸਰਜ ਬਾਤ ਹੈ ਔਰ ਇਹਨੂੰ ਕੋਈ ਰੋਕ ਨਹੀਂ ਸਕਦਾ। ਜੇ ਰੋਕ ਜਾਓਗੇ ਤਾਂ ਧੰਤਾ ਯੋਗ ਪੰਥ ਹੋ ਜੂਗਾ। ਅੱਜ ਵਿਸਾਖੀ ਦਾ ਦਿਨ ਹੈ, ਸਾਰੇ ਇਕੱਠੇ ਕਰ ਲਓ। ਸਿੰਘ ਸਾਹਿਬ ਬੈਠੇ ਨੇ ਜਾਂ ਹੋਰ ਚੀਜ਼, ਚਲੋ ਇਹਨਾਂ ਨੂੰ ਮੈਂ ਬੁਲਾ ਵੀ ਨਹੀਂ, ਇੱਥੇ ਗਏ ਨੇ ਸਿਰੋਂ ਪਾਏ, ਉਹ ਤਾਂ ਦੁਨੀਆ ਚਾਰੀ ਹੈ ਵੀ ਹਾਂਜੀ ਵੀ ਇਸ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ, ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਅਤੇ ਥਾਂ ਥਾਂ ਦੇ ਉੱਤੇ, ਕਿ ਇਹ ਕਿਵੇਂ ਰੁਕ ਸਕਦੀ ਹੈ। ਕਹਿੰਦੇ ਵੀ ਜਿਨ੍ਹਾਂ ਨੇ ਜੋਸ਼ ਜਿਹੜੇ ਕਰਦੇ ਉਹਨਾਂ ਨੂੰ ਮਾਰ ਦਿਓ। ਠੀਕ ਹੈ, ਮਾਰ ਦਾ ਯਤਨ ਵੀ ਕਰਦੇ ਹੋਰ ਵੀ। ਮੈਂ ਕਿਹਾ ਵੀ ਗੱਲ ਤਾਂ ਠੀਕ ਹੈ, ਤੁਸੀਂ ਲੰਬੀ ਸੋਚੋ। ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਇੱਕ ਦੋ ਨੂੰ ਅਸੀਂ ਮਾਰ ਦਿਆਂਗੇ। ਗੱਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੈ ਵੀ ਅਦਬ ਕਿਵੇਂ ਰਹਿ ਸਕਦਾ ਹੈ, ਔਰ ਸਾਡਾ ਗੁਰੂ ਹੈ, ਅਸੀਂ ਗੁਰੂ ਕਰਕੇ ਮੱਥਾ ਟੇਕਦੇ ਹਾਂ। ਇਹ ਗੱਲ ਸੋਚੋ ਉਸ 'ਤੇ। ਪਰ ਉੱਥੇ ਸੋਚਦੇ ਹਾਂ ਵਿਚਾਰਾਂ ਵੀ ਜਿਵੇਂ ਇੱਥੇ ਵੀ ਬੇਅਦਬੀ ਹੋਈ, ਅਤੇ ਉਹਨਾਂ ਨੇ ਫਿਰ ਲੋਕ ਡਰਦੇ ਹੋਰ ਆਉਂਦੇ, ਕਹਿੰਦੇ ਜੀ ਇਸ ਤਰ੍ਹਾਂ ਕਰਕੇ ਬੇਅਦਬੀ ਹੋ ਗਈ ਜੀ, ਕਰ ਦਿੱਤੀ ਹੈ। ਜਿਹੜੇ ਉਹੋ ਜਿਹੇ ਸੀ ਲੋਕ ਐਵੇਂ ਚਲਵੇਂ ਜਾਏ ਜਾਂ ਹੋਛੇ ਜਾਏ, ਕੇਵਲ ਰੱਖਿਆ ਵੀ ਚਲੋ ਜੀ ਚੜ੍ਹਾਈ ਕਰ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਲਓ, ਕਰਾਉਣਾ ਹੀ ਹੈ, ਬਣੀ ਜੋ ਗੱਲ ਹੈ। ਹੋਰ ਕੋਈ ਹੋਵੇ ਪਾਠ ਕਰਾ ਲਓ, ਵਿਆਹ ਦਾ ਹੋਵੇ, ਕਰਾਉਣਾ ਹੀ ਹੈ। ਅਤੇ ਘਰ ਦੇ ਵਿੱਚ ਅਦਬ ਪੂਰਾ ਰੱਖਦਾ, ਪੂਰਾ ਅਦਬ ਨੇ। ਪਾਠੀ ਠੀਕ ਹੈ, ਰਹਿਤ ਵਾਲੇ ਹੈਗੇ। ਇੱਥੇ 3 ਸਾਲ ਹੋ ਗਏ ਮੈਨੂੰ ਇਸੇ ਚੀਜ਼ ਦੇ ਉੱਤੇ ਵੀ ਪਾਠ ਇੱਥੇ, ਨਹੀਂ ਤਾਂ ਇੱਥੇ ਵਾਰੀ ਨਹੀਂ ਸੀ ਆਉਂਦੀ। 2-2 3-3 ਮਹੀਨੇ ਬੁੱਕ ਰਹਿੰਦੇ ਸੀ ਅਖੰਡ ਪਾਠ। ਮੈਂ ਵੇਖਿਆ ਇਹ ਮਹਾਂਪੁਰਸ਼ਾਂ ਦਾ ਸਥਾਨ, ਬਾਬੇ ਖਜ਼ਾਨ ਸਿੰਘਾਂ ਦਾ, ਉਹ ਤਾਂ ਉਹਨਾਂ ਦੀ ਤਾਂ ਇੰਨੀ ਘਾਲਣਾ ਵੀ ਸੁਣ ਕੇ ਜਿਹੜੇ ਰੋਮ ਖੜ੍ਹੇ ਹੋ ਜਾਂਦੇ ਆ। ਜਾਂ ਸੰਤ ਬਾਬੇ ਬਿਸ਼ਨ ਸਿੰਘਾਂ ਦੇ ਜੀਵਨ ਪੜ੍ਹ ਕੇ ਅਤੇ ਉਹਨਾਂ 'ਤੇ ਦੇਖੋ। ਅਤੇ ਇੱਥੇ ਕੀ ਹੈ, ਪਾਠੀਆਂ ਨੂੰ ਮੈਂ ਵੀ ਮੈਂ ਤੁਹਾਡਾ ਨਿਤਨੇਮ ਕੀ ਹੈ ਰਹਿਤ 'ਚ? ਕਹਿੰਦੇ ਅਸੀਂ ਤਾਂ ਰੱਖਦੇ, ਸਾਡੇ ਘਰ ਵਾਲੀਆਂ ਨਹੀਂ, ਸਾਥੋਂ ਨਹੀਂ ਨਿਤਨੇਮ ਹੁੰਦਾ। ਆ ਜਵਾਕ ਕਈ ਤਾਂ ਇੱਥੋਂ ਹੀ ਆ ਜਵਾਕ ਫੜੋ ਅਸੀਂ ਜਾਨੀਏ, ਬੜੀ ਮੁਸ਼ਕਿਲ ਹੈ। ਫਿਰ ਲੋਕ ਇਹ ਕਹਿੰਦੇ ਕੀ ਕਹਿੰਦੇ ਨੇ, ਲੋਕ ਕਹਿੰਦੇ ਜੀ ਉਹ ਕਹਿੰਦੇ ਇਹ ਉੱਧਰੋਂ ਅਖੰਡ ਪਾਠ ਦਾ ਭੋਗ ਪਿਆ, ਉੱਧਰੋਂ ਬੋਤਲ ਖੋਲ੍ਹ ਲਈ। ਅਤੇ ਮੈਂ ਤਾਂ ਅੱਜ ਸੁਣਿਆ ਕੰਨਾਂ 'ਚ ਉਂਗਲਾਂ ਦੇਣ ਵਾਲੀਆਂ ਹੈ। ਉਹ ਕਿਸੇ ਸਥਾਨ ਦਾ ਨਾਂ ਨਹੀਂ ਲੈਣਾ ਚਾਹੀਦਾ। ਅਤੇ ਜਿਵੇਂ ਪ੍ਰਗਟ ਹੋਈ ਜਾਂਦਾ ਹੈ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਕਮਾਈ ਵਾਲੇ ਸੀ, ਸੰਤ ਬਾਬਾ ਨੰਦ ਸਿੰਘ ਜੀ ਕਮਾਈ ਵਾਲੇ ਸੀ, ਬੜੇ ਅਦਬ ਵਾਲੇ ਸੀ।
ਤੇ ਹੁਣ ਧਰਮ ਦੀ ਕੀ ਹੈ, ਇੱਕ ਰੋਮ ਵੀ ਨਹੀਂ ਰਿਹਾ, ਰੋਮ ਵੀ ਪੱਟ ਪੱਟ ਕੇ ਐਨ ਸਾੜ ਦਿੱਤੇ ਹੈ ਵੀ ਇੱਥੇ ਹਰੀ ਕੇ ਪੱਤਨ ਤੇ ਕੀ ਹੋਇਆ ਵੀ ਕਹਿਣ ਵਾਲੀ ਗੱਲ ਹੈ। ਇਸ ਤਰ੍ਹਾਂ ਹੀ ਦੂਸਰੇ ਮੈਂ ਉਹਦੇ ਨਾਲੋਂ ਐਵੇਂ ਹੀ ਚੰਗੇ ਆ ਸੀ, ਨਹੀਂ ਹੋਇਆ ਫਿਰ ਮੈਂ ਵੀ ਤੁਸੀਂ ਉੱਥੇ ਕਰ ਲਿਆ ਕਰੋ, ਇੱਥੇ ਤਾਂ ਜਿਹੜਾ ਸਿੰਘ ਹੋਊਗਾ, ਜੇ ਹੁਣ ਮਹਾਂਪੁਰਸ਼ਾਂ ਨੇ ਇਹਨਾਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਇੱਥੇ 127 ਅਖੰਡ ਪਾਠ ਕਰਵਾਏ, 127 ਅਖੰਡ ਪਾਠ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਕਰਾਏ। ਉਦੋਂ ਕਾਫੀ ਸਿੰਘ ਸੀ, ਨਾਲੇ ਪੜ੍ਹਾਈ ਹੁੰਦੀ ਸੀ, ਮੈਂ ਵੀ ਉਸੇ ਸਮੇਂ 'ਚ ਆਇਆ 96 'ਚ, ਵਿਕਰਮੀ 1996 'ਚ, ਹੁਣ ਹੈਗਾ 2060, 5 ਸਾਲ ਉਹ ਲਾ ਲਓ, 65 ਸਾਲ ਹੋ ਗਏ, ਬੁੱਢੇ ਤੋਂ ਵੀ ਅੱਗੇ ਲੰਘੇ। ਅਤੇ ਉਹਨਾਂ ਨੇ ਨਹੀਂ ਵੀ ਕਿਸੇ ਨੂੰ ਜਾਂ ਹੋਰ ਚੀਜ਼ ਹੈ, ਇੱਥੋਂ ਤੱਕ ਵੀ ਪ੍ਰਸ਼ਾਦੇ ਆਪ ਬਣਾਓ ਅਤੇ ਜਿਹੜਾ ਰਹਿਤ ਵਹਿਤ ਵਾਲਾ ਹੋਵੇ ਉਹਨੂੰ ਲੱਗਣ ਦੇਣਾ, ਦੂਜੇ ਨੂੰ ਲੱਗਣ ਦੇਣਾ, ਇੱਕ ਇੱਕ ਰਹਿਤ ਨਾਲ। ਉਹ ਤਾਂ ਇੱਕ ਪਾਠ ਕੀਤਾ ਹੀ ਬਹੁਤ। ਐਨ ਸਿੰਘ ਤਿਆਰ 8 ਮਹੀਨਿਆਂ ਦੇ ਵਿੱਚ ਹੋਏ, ਉੱਥੋਂ ਫਿਰ ਲੈਲਪੁਰ ਗਏ। ਸੋ ਨਹੀਂ ਮੈਂ ਵੀ ਨਹੀਂ ਵੇਚ ਜਾਂਦੀ, ਤੁਸੀਂ ਆਪਣਾ ਨਿਭਾ ਕਰੋ, ਪਿੰਡ ਵਾਲੇ ਵੀ ਕਰੋ, ਦੂਸਰਾ ਵੀ ਕਰੋ। ਅਤੇ ਇੱਥੇ ਆ ਗਏ ਜੀ, ਉਹ ਬੇਦਬੀ ਹੋਈ ਹੈ। ਉਹਨਾਂ ਨੇ ਕੀ, ਜਿਹੜੇ ਹੋਸ਼ੇ ਜਿਹੇ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਨੇ ਖੁੱਲ੍ਹੇ ਛੱਡ ਦਿੱਤੇ, ਉਹ ਕਿੰਨੇ ਇਕੱਠੇ ਹੋ ਕੇ ਕਹਿੰਦੇ ਜੀ ਬੜਾ ਇਕੱਠ ਹੋ ਗਿਆ ਇੱਥੇ, 10,000 20,000 ਇਕੱਠਾ ਹੋ ਗਿਆ, ਜਿਨ੍ਹਾਂ ਨੇ ਕੀਤੀ ਅੱਗੇ ਛੱਡ ਦਿਓ ਸਾਰੇ। ਉੱਥੇ ਪੁਲਿਸ ਵੀ ਫਿਰ ਕਹਿੰਦੀ ਕੀ ਕਰਾਂਗੇ, ਚਲੋ ਉਹਨਾਂ ਨੇ ਵੀ ਹੇਰਾ ਫੇਰੀ ਕਰਕੇ ਇੱਧਰ ਉੱਧਰ ਕੀਤੇ। ਅਤੇ ਉਹਨਾਂ ਨੇ ਕੀ ਕੀਤਾ ਜੀ, ਅਖੇ ਅਖੰਡ ਪਾਠ ਕਰਾ ਦਿਓ ਜੀ, ਬਸ ਪ੍ਰਾਸ਼ਚਿਤ ਹੋ ਗਿਆ। ਮੇਰੇ ਕੋਲ ਆਏ ਇੱਥੇ, ਮੈਂ ਕਿਹਾ ਤੁਹਾਡਾ ਕੋਈ ਪਿਓ ਮਾਰ ਦੇਵੇ ਜਾਂ ਕੋਈ ਵੱਡੇ ਜਥੇਦਾਰ ਨੂੰ ਮਾਰ ਦੇਵੇ ਅਤੇ ਉਹ ਫਿਰ ਮਾਰਨ ਵਾਲੇ ਕਹਿ ਦੇਣ ਜਾਂ ਉਹਦੇ ਨਾਲ ਦੇ ਕਹਿ ਦੇਣ ਅਸੀਂ ਜੀ ਅਖੰਡ ਪਾਠ ਕਰਾਉਂਦੇ, ਹੋ ਜੂ ਠੀਕ, ਮੰਨ ਜੂ ਕੋਈ। ਇਹ ਜਿਹੀ ਸਾਡੀ ਗੌਰਮੈਂਟ ਆ, ਉਹਦੇ ਐਸੇ ਵੀ ਉਹਨਾਂ ਨੂੰ 2.5 ਸਾਲ ਦੀ ਜਾਂ 2 ਸਾਲ ਦੀ ਮਾੜੀ ਮੋਟੀ ਕੈਦ ਕੋਈ ਕਰ ਦਿੱਤੀ। ਉਹ ਫਿਰ ਮੈਂ ਵੀ ਜਿੱਥੇ ਵੀ ਤੁਸੀਂ ਜੇ ਹੁਣ ਅੱਗੇ ਨੂੰ ਫਿਰ ਧਾਰਮਿਕ ਪ੍ਰਚਾਰ ਕਮੇਟੀ ਬਣਾਈ ਇੱਥੇ, ਉਹਨਾਂ ਨੇ ਫੈਸਲਾ ਕਰਦਾ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਔਰ ਹੁਣ ਵੀ ਜੇ ਇਹ ਮੰਨ ਲੈਣ, ਇਸ ਚੀਜ਼ 'ਤੇ ਆ ਜਾਣ, ਪਰ ਮੰਨਣ ਤਾਂ ਨਾ ਜੇ ਹੁਣ ਅਕਾਲ ਤਖ਼ਤ ਸਾਹਿਬ ਦੇ ਤਾਂ ਉਹ ਕਹਿੰਦੇ ਵੀ ਸਾਡਾ ਅਕਾਲ ਤਖ਼ਤ ਦਾ ਹੁਕਮ ਹੈ, ਜਿਹੜਾ ਨਾ ਮੰਨੂ ਉਹ ਆਪਣੇ ਦੂਸਰੀ ਤਰ੍ਹਾਂ ਹੈ, ਉਹ ਬੇਮੁਖ ਹੈ। ਵੀ ਜਿੱਥੇ ਵੀ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਛਪਣ, ਔਰ ਜਿੱਥੇ ਕਿਸੇ ਨੇ ਪ੍ਰਕਾਸ਼ ਕਰਨਾ ਹੈ ਉਹ ਥਾਂ ਪਹਿਲਾਂ ਵੇਖੋ, ਉੱਥੇ ਸੁਖਾਸਨ ਦੀ ਥਾਂ ਵੇਖੋ, ਪ੍ਰਕਾਸ਼ ਕਰਨ ਦੀ ਥਾਂ ਵੇਖੋ, ਔਰ ਹਰ ਵੇਲੇ ਫਿਰ ਔਰ ਚੈੱਕ ਕਰੋ ਮਹੀਨੇ ਬਾਅਦ ਵੀ ਠੀਕ ਇੱਥੇ ਹੋ ਰਿਹਾ, ਔਰ ਜਿਹੜੇ ਠੀਕ ਗ੍ਰੰਥੀ ਲੱਗ ਰਹੇ ਨੇ, ਭਾਵੇਂ 2 ਥਾਂ ਤੁਸੀਂ ਪਿੰਡ 'ਚ 1 ਥਾਂ 2 ਥਾਂ ਹੋਵੇ, ਉੱਥੇ ਹਰ ਵੇਲੇ ਪਹਿਰਾ ਰੱਖੋ। ਹੁਣ ਦੀ ਗੱਲ ਹੈ ਪੱਖੋਵਾਲ ਦੀ, ਆਉਂਦੇ ਇੱਥੇ ਨੂੰ ਆ, ਫਿਰ ਆਉਂਦੇ ਤਾਂ ਹੈ ਇੱਥੇ ਨੂੰ ਵੀ ਉਹਨਾਂ ਤੋਂ ਪੁੱਛੋ ਸਾਡੇ ਪਾਪ ਲੈ ਜਾਣਗੇ, ਜੇ ਅਸੀਂ ਐਸੇ ਵੀ ਕਾਬੂ ਆ ਜਾਵਾਂਗੇ। ਮੈਂ ਕੀ ਕਹਿਣਾ ਵੀ ਜਿਹੜੇ 5 ਸਿੰਘ ਅੰਮ੍ਰਿਤ 'ਚ ਲੱਗਦੇ ਨੇ ਉਹਨਾਂ ਤੋਂ ਪੁੱਛ ਲਓ, ਉਹਨਾਂ ਕੋਲ ਝੂਠ ਬੋਲ ਦਿੰਦੇ ਆ। ਉਹ ਆਏ ਜੀ ਇੱਥੇ, ਮੈਂ ਨਹੀਂ ਨੇੜੇ ਜਾਂਦਾ ਜੇ ਹੋਰ ਇਹਨਾਂ ਦੇ, ਦੂਰ ਪਰੇ ਵੀ ਚਲੇ ਜਾਈਦਾ ਕਿ ਗੁਰਮੁਖ ਨਾਲ ਤਾਂ ਗੱਲ ਕਰ ਲਈ। ਮੈਂ ਇਹਨਾਂ ਦਾ ਇਹੋ ਜਿਹਾ ਸ਼ਬਦ ਆਇਆ ਅਤੇ ਆਏ ਇੱਥੇ ਕਥਾ ਹੁੰਦੀ ਰਹੀ ਹੈ। ਪੱਖੋਵਾਲ ਬੜਾ ਭਾਰੀ ਪਿੰਡ ਹੈ, ਅਤੇ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ। ਸਾਡਾ ਮਹੰਤ ਵੀ ਇਹ ਉਹ ਕਹਿੰਦਾ ਮੈਂ ਤਾਂ ਰਲਾ ਮਲਾ ਬਈ ਕਰਨਾ ਹੁੰਦਾ। ਮੈਂ ਤੂੰ ਰਲਾ ਮਲਾ ਕਰਨਾ ਤਾਂ ਫਿਰ ਠੀਕ ਨਹੀਂ। ਉਹ ਵੀ ਖੜ੍ਹਾ ਹੋ ਗਿਆ, ਮੇਰੇ ਅੱਗੇ ਖੜ੍ਹੇ ਹੋ ਗਏ ਵੀ ਇੱਥੋਂ ਦੀ ਲੰਘਣਾ ਤਾਂ ਹੈਗਾ, ਸਾਹਮਣੇ ਹੋ ਗਈ। ਫਿਰ ਮੈਨੂੰ ਖੜ੍ਹਨੇ ਪੈਣਾ ਸੀ ਇਸ ਤਰ੍ਹਾਂ ਜਾਂ ਕਹਿੰਦੇ ਕਿ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਅਤੇ ਮੈਂ ਕਿਹਾ ਕਿਉਂ ਹੋ ਗਈ? ਕਹਿੰਦੇ ਇਸ ਤਰ੍ਹਾਂ ਕਰਕੇ ਉੱਥੇ ਨਵਾਂ ਗੁਰਦੁਆਰਾ ਬਣਾਉਂਦੇ ਸੀ, ਬੜੇ ਸਜਾਵਟ ਨਾਲ ਬਣਾਉਂਦੇ ਹੈ, ਬੜੀ ਰਗੜਾਈ ਹੁੰਦੀ ਹੈ, ਹੋਰ ਸਾਰੀ ਚੀਜ਼ ਹੁੰਦੀ ਹੈ, ਬੜੀ ਪਾਲਕੀ ਬਣਾਈ ਜੀ ਉੱਥੇ। ਅਤੇ ਨਾਲ ਕਿ ਬਿਜਲੀ ਜਿਹੜੀ ਸੀ ਉਹਦੀ ਤਾਰ ਸੀ ਉਹ ਸ਼ਾਰਟ ਹੋ ਗਈ, ਅੱਗ ਲੱਗ ਗਈ, ਸ਼ੀਸ਼ੇ ਵੀ ਟੁੱਟ ਗਏ ਸਾਰੇ ਜਾਂ ਹੋਰ ਜੀ। ਮੈਂ ਉੱਥੇ ਹੈ ਨਹੀਂ ਸੀ ਕੋਈ ਪਹਿਰੇਦਾਰ? ਨਹੀਂ ਜੀ ਇਹ ਗ੍ਰੰਥੀ ਦਾ ਕਮਰਾ ਨਾਲ ਹੀ ਸੀ। ਮੈਂ ਕਿਹਾ ਇਹੀ ਤਾਂ ਘੱਟ ਨੇ, ਫਿਰ ਕੀ ਕਰੀਏ ਜੇ ਹੋਰ? ਮੈਂ ਪੁੱਛ ਲਓ ਇਹਨਾਂ ਨੂੰ। ਇੱਥੇ ਦੀ ਵੀ ਗੱਲ ਹੈ, ਆਪਣੇ ਹੁਣ ਅੰਦਰ ਜਾਣ ਨਹੀਂ ਨਾ ਦੇਈਦਾ,
ਉਦੋਂ ਦੇ ਨਹੀਂ ਅੰਦਰ ਜਾਣ ਦਿੰਦੇ ਵੀ ਕੋਈ ਐਸਾ ਸਿੱਖੀ ਦੇ ਰੂਪ ਦੇ ਵਿੱਚ ਜਿਹਨੂੰ ਅਸੀਂ ਨਹੀਂ ਜਾਣਦੇ, ਕੋਈ ਕੈਮੀਕਲ ਚੀਜ਼ ਸੁੱਟ ਗਿਆ। ਇਹ ਲੋਕ ਕਹਿੰਦੇ ਇਹ ਟਕਸਾਲ ਦਾ ਮੁੱਢ ਹੈ ਅਤੇ ਇੱਥੇ ਤਾਂ ਫਿਰ ਅਸੀਂ ਮਰ ਗਏ। ਮਰ ਪਾਵਾਂ ਜਾਓ ਹੀ ਨਾ, ਪਹਿਰੇ ਰੱਖੋ ਹਰ ਵੇਲੇ। ਭਾਵੇਂ ਬੁੱਢੇ ਨੇ ਵਿਚਾਰੇ, ਸੰਤਾਂ ਦੇ ਵੇਲੇ ਦੇ ਨੇ, ਨਹੀਂ ਉਹ ਇੰਨਾ ਸਰੀਰ ਕੰਮ ਕਰ ਸਕਦੇ ਹੈ, ਪਰ ਜਿੰਨਾ ਕੁ ਹੁੰਦਾ ਕਰੋ। ਜੇ ਹੁਣ ਮਾਇਆ ਇੱਥੇ, ਮਾਇਆ ਦੀ ਕੋਈ ਛੁੱਟ ਨਹੀਂ, ਉਸੇ ਬੰਦੇ ਰੱਖੋ, ਬੰਦੇ ਨਹੀਂ ਮਿਲਦੇ। ਔਰ ਪਹਿਰੇ 'ਤੇ ਵੀ ਜਿਹੜੇ ਉਹ ਰੱਖੋ। ਹੁਣ ਫਿਰ ਇੱਥੇ ਬੰਦ ਹੋ ਗਿਆ ਸੀ, ਇਹਨਾਂ ਨੇ ਕਿਹਾ ਜੀ ਖੋਲ੍ਹੋ ਖੋਲ੍ਹੋ ਖੋਲ੍ਹੋ। ਦੂਜੇ ਵੀ ਜਿਹੜੇ ਦੂਜੇ ਵਿਰੋਧੀ ਸੀ ਉਹਨਾਂ ਨੇ ਬੜਾ ਪ੍ਰਾਪੇਗੰਡਾ ਕੀਤਾ, ਇੱਥੇ ਦਾ ਆਹ ਹੋ ਗਿਆ, ਆਹ ਹੋ ਗਿਆ, ਐਂ ਹੋ ਗਿਆ, ਅਸੀਂ ਕਬਜ਼ਾ ਕਰ ਲਈਏ, ਉਹ ਕਰ ਲਈਏ। ਆਹੋ ਤੁਸੀਂ ਆਪਣੇ ਕਬਜ਼ੇ ਤੋਂ ਸਾਂਭ ਲਓ, ਤੁਹਾਡੇ ਆਪਣੇ ਕਬਜ਼ੇ ਉਖੜੇ ਫਿਰਦੇ ਨੇ। ਮਨ 'ਚ ਹੀ ਮੈਂ ਕਿਹਾ ਅਤੇ ਉਹ ਨਹੀਂ। ਫਿਰ ਮੈਨੂੰ ਚੇਤਾ ਨੇ ਫਿਰ ਦੂਜੇ ਆ ਗਿਆ, ਕਹਿੰਦੇ ਜੀ ਇਸ ਤਰ੍ਹਾਂ ਹੁੰਦਾ ਹੈ। ਆਖੇ ਪਿੰਡ ਦੇ ਕਰਨਗੇ ਜੀ। ਉਹ ਫਿਰ ਇੱਕ ਹੋਰ ਆ ਗਿਆ ਵਿੱਚੋਂ, ਇੱਥੇ ਉਹ ਮੈਂ ਕਿਹਾ ਜਥੇ 'ਚ ਰਿਹਾ ਮੈਂ, ਬਾਬੇ ਲਾਹੌਰਾ ਸਿੰਘ ਤੋਂ ਪੜ੍ਹਿਆ, ਉਹ ਹੈਗਾ ਇੱਥੇ। ਉਹ ਕਹਿੰਦਾ ਜੀ ਸਭ ਜਿੰਨੀ ਕਮੇਟੀ ਵਾਲੇ ਮੈਂ ਉੱਥੇ ਜਾਂਦਾ, ਉਹਨਾਂ ਨੂੰ ਹੁਣੇ ਟੈਲੀਫੋਨ ਕਰਦਾ, ਇਹ ਸਭ ਵਿੱਚ ਸ਼ਰਾਬ ਪੀਂਦੇ ਨੇ, ਇਉਂ ਕਰਦੇ ਨੇ, ਇਹ ਨਹੀਂ ਚਾਹੀਦੇ। ਮੈਂ ਇਹਨਾਂ ਨੂੰ ਕਿਹਾ ਸੀ ਮੈਂ ਸਿੰਘ ਰੱਖੂੰਗਾ ਇੱਥੇ, ਇੱਥੇ ਕਰਾਂਗਾ। ਉਹ ਪਿੱਛੋਂ ਉਹਦਾ ਪਤਾ ਲੱਗਾ ਵੀ ਉਹ ਕਹਿੰਦਾ ਉਹਦੀਆਂ ਲੱਤਾਂ ਹੈ ਨਹੀਂ, ਅਤੇ ਉਹ ਬਣਾਈ ਹੋਈ ਸਕੂਟਰੀ ਜਿਹੀ ਐਸੀ 15-20 ਹਜ਼ਾਰ ਦੀ, ਅਤੇ ਉਹ ਕਹਿੰਦੇ ਤੇ ਇਹ ਤਾਂ ਡੋਡੇ ਵੇਚਦਾ ਅਤੇ ਨਾਲੇ ਫੀਮ ਖਾਂਦਾ। ਮੈਂ ਉੱਥੇ ਕਬਜ਼ਾ ਕਰਨਾ ਚਾਹੁੰਦਾ ਆ, ਡੋਡੇ ਅਤੇ ਫੀਮਾਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਉਂ ਹੋ ਸਕਦਾ ਹੈ ਜੇ ਕਰਨ, ਪਰ ਕਰਨਗੇ ਕਿਹੜੇ? ਕਿਸੇ ਦਿਨ ਹੀ ਮੈਂ ਸੰਤ ਹਰਬੰਸ ਸੁਣਾ, ਮੈਂ ਕਿਹਾ ਤੁਸੀਂ ਸਰੂਪ ਛਾਪਦੇ ਹੋ, ਕੁਛ ਇਹ ਵੀ ਕਰੋ। ਇਹ ਨਹੀਂ ਹੁੰਦਾ ਸਭ। ਇਹਦਾ ਜਿਹੜੀ ਸੰਸਥਾ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੀ, ਉਹਨਾਂ ਨੇ ਉਹਨੂੰ ਪਾਸ ਕਰਤਾ, ਉਹਨੂੰ ਪਾਸ ਕਰਤਾ ਜੀ। ਉਹ ਕਹਿੰਦੇ ਧਾਰਮਿਕ ਕਮੇਟੀ ਨੇ ਪਾਸ ਕਰ ਦਿੱਤਾ ਜੀ। ਸਾਡੇ ਵਿੱਚੋਂ ਵੀ ਇੱਕ ਗਿਆਨੀ ਸੀਗਾ, ਆਪਣੇ ਗਿਆਨੀ ਮੇਵਾ ਸੋਹਣੀ ਜੀ, ਅਤੇ ਇਹ ਬੜਾ ਪ੍ਰਚਾਰ ਕਰਦੇ, ਠੀਕ ਚੰਗਾ ਪ੍ਰਚਾਰ ਕਰਦਾ ਸੀ। ਨਾ ਭਿੰਡਰਿਆਣਾ ਦੇ ਸੀ ਅਤੇ ਪ੍ਰਚਾਰ ਦੂਜਾ ਸੀ, ਵਿੱਚ ਰਲਮਾ ਮਿਲਮਾ ਕਰ ਗਿਆ। ਸੋ ਇਉਂ ਤਾਂ ਹੋ ਸਕਦੀ ਹੈ। ਉਹ ਇੱਥੇ ਫਿਰ ਸਿੰਘ ਨੇ ਕਿਹਾ ਤੁਸੀਂ ਜਾਣਦੇ ਹੋ ਇਸ ਗੱਲਾਂ ਨੂੰ। ਹੁਣ ਮੇਰੇ ਕੋਲ ਇੱਥੇ ਦਮਦਮੇ ਸਾਹਿਬ ਸਮਾਗਮ ਹੋਇਆ, ਪਹਿਲਾਂ ਬੋਪਾ ਰਾਏ ਸਮਾਗਮ ਹੋਇਆ ਸ਼ੁੱਧ ਪਾਠ ਦਾ, ਜਾਂ ਗੁਰਬਾਣੀ ਤੋਂ ਜਿਹੜੇ ਮਿਸ਼ਨਰੀ ਵਾਲੇ ਵਿੱਚ ਵਾਲੇ ਇਹਨਾਂ ਦੇ ਉਹ ਕਰਦੇ, ਉਲਟ ਪੁਲਟ ਕਰਦੇ ਨੇ, ਆਹ ਨਹੀਂ ਬਾਣੀ, ਆਹ ਨਹੀਂ ਬਾਣੀ, ਆਹ ਪਾਠ ਹੈ ਇਸ ਤਰ੍ਹਾਂ, ਜਾਂ ਹੋਰ ਚੀਜ਼ ਦੇ ਵਿੱਚ ਸਾਰੀਆਂ ਇਹ ਚੀਜ਼ਾਂ ਹੋ ਗਈਆਂ। ਇਹ ਕਹਿੰਦੇ ਜੀ ਗਿਆਨੀ ਹਰਭਜਨ ਸਿੰਘ ਆ ਗਿਆ, ਹੋਰ ਆ ਗਏ, ਅਸੀਂ ਜੀ ਉੱਥੇ ਇਉਂ ਕਰੀਏ, ਇਉਂ ਕਰੀਏ। ਮੈਂ ਤੁਹਾਡੀ ਮਰਜ਼ੀ ਹੈ, ਕਰ ਲਓ, ਸਾਡਾ ਪ੍ਰਭਾਵ ਪਊਗਾ। ਮੈਂ ਪ੍ਰਭਾਵ ਕੀ ਤੁਹਾਡਾ ਪੈਣਾ, ਚੰਗਾ ਕਰ ਲਓ। ਕਰ ਲਿਆ। ਪਹਿਲਾਂ ਨਾਲ ਤਲਵੰਡੀ ਰਲ ਗਿਆ। ਤਲਵੰਡੀ ਕਹਿੰਦਾ ਮੈਂ ਸਾਰਾ ਖਰਚ ਕਰੂੰਗਾ, ਬੱਸਾਂ ਜਾਂ ਹੋਰ ਚੀਜ਼, ਇਕੱਠ ਬੜਾ ਹੁੰਦਾ ਰਿਹਾ। ਵਿੱਚੋਂ ਜੀ ਕਰਦੇ ਕਰਾਉਂਦਿਆਂ ਨਾ ਇਹਨਾਂ ਨੇ ਅਖੀਰ 'ਤੇ ਲਿਆ ਕੇ, ਅਤੇ ਇਹ ਉਹ ਜਿਹੜਾ ਇਹਨਾਂ ਨੇ ਸਮਾਗਮ ਕੀਤਾ ਸੀ ਆਪਣੇ ਦਮਦਮੇ ਸਾਹਿਬ, ਪਹਿਲਾਂ ਮਿਸ਼ਨਰੀ ਦੇ ਸੇਵਾਦਾਰਾਂ ਨੇ, ਮਿਸ਼ਨਰੀ ਨਾ ਕਹੀਏ, ਕਮੇਟੀ ਦੇ ਸੇਵਾਦਾਰਾਂ ਨੇ, ਕੇਵਲ ਸੋਹਣਾ ਨੇ, ਹੋਰਨਾਂ ਨੇ ਕੀਤਾ ਸੀ। ਅਤੇ ਉਹਦੇ 'ਚ ਇਹਨੇ ਉਦਘਾਟਨ ਕੀਤਾ ਸੀ ਵੇਦਾਂਤੀ ਸਾਹਿਬ ਨੇ। ਇੱਥੋਂ ਹੀ ਪੜ੍ਹ ਕੇ ਗਿਆ, ਨਾ ਇੱਥੋਂ ਦਾ ਹੀ ਬਚਦਾ। ਅਤੇ ਕੰਮ ਕੀ ਨੇ ਉਹਦੇ ਨਾਲੋਂ ਤਾਂ ਤੂੰ ਜੇ ਇੰਨੀ ਜਥੇਦਾਰੀ ਜੇ ਤੈਨੂੰ ਆਇਆ ਜਾਂ ਹੋਰ ਚੀਜ਼ ਹੈ, ਤੂੰ ਆਪਣਾ ਪਰਲੋਕ ਸਵਾਰ ਲਾ, ਨਾਲੇ ਕਿਉਂ ਬਦਨਾਮ ਕਰਦਾ ਹੈ। ਚਲੋ ਜੀ ਇਹਨਾਂ ਨੇ ਕਰ ਕੁਰ ਕੇ ਨਾ ਅਖੀਰ 'ਤੇ ਗਿਆਨੀ ਹਰਭਜਨ ਸਿੰਘ ਵੀ ਸੀ, ਅਤੇ ਇੱਥੇ ਮੇਰਾ ਖਿਆਲ ਬਲਵਿੰਦਰ ਸਿੰਘ ਵੀ ਬੈਠਾ ਹੋਊ, ਬੋਪਾ ਰਾਈਏ ਖਾਸ ਰਿਸ਼ਤੇਦਾਰ ਹੈ ਤਲਵੰਡੀ ਦਾ। ਉਹਨੇ ਇਹਨੂੰ ਸਾਕ ਕਰਾਇਆ ਸੀ। ਕਹਿੰਦਾ ਮੈਂ ਤਾਂ ਨਹੀਂ ਕਿਹਾ। ਮੈਂ ਤੂੰ ਕਿੱਥੇ ਫਸ ਗਿਆ? ਕਹਿੰਦਾ ਜੀ ਸੰਤ ਜੈਬ ਸੋਹਣਾ ਨੇ ਕਹਿਤਾ ਅਤੇ ਮੈਂ ਤਾਂ ਫਸ ਗਿਆ। ਚਲੋ ਜੀ ਉਹਦਾ ਮੁੰਡਾ ਵੀ ਇਹਨਾਂ ਨੇ ਕਰਦਿਆਂ ਕਰਾਉਂਦਿਆਂ ਨਾ, ਅਤੇ ਉਹ ਉੱਥੋਂ ਬਾਦਲ ਦਾ ਜ਼ੋਰ ਪਿਆ, ਇਹਦਾ ਜ਼ੋਰ ਪਿਆ ਸੀ। ਤਲਵੰਡੀ ਨੇ ਕਿਹਾ ਵੀ ਇਹਨਾਂ ਨੂੰ ਕਰਨੇ ਆ। ਉੱਧਰੋਂ ਆ ਗਿਆ ਗਿਆਨੀ ਵੀਰ ਸਿੰਘ ਵੀ ਰਲ ਗਿਆ, ਗਿਆਨੀ ਅਵਤਾਰ ਸਿੰਘ ਵੀ ਰਲ ਗਿਆ, ਬੇੜਾ ਬਹਿ ਗਿਆ। ਇਹ ਬੜੇ ਸਿਆਸੀ ਚੁਸਤ ਬੰਦੇ ਹੁੰਦੇ ਨੇ। ਤਲਵੰਡੀ ਨੇ ਇਹ ਖੇਡ ਕੀਤੀ ਵੀ ਉੱਥੇ ਇਹਨੂੰ ਵੀ ਬੁਲਾ ਲਿਆ, ਕੇਵਲ ਸਿੰਘ ਨੂੰ ਵੀ ਬੁਲਾ ਲਿਆ, ਅਤੇ ਇਹਨੂੰ ਵੀ ਬੁਲਾ ਲਿਆ। ਦੂਸਰੇ ਸਰੋਪ ਪਾਓ ਤਾਂ ਇਹਨਾਂ ਨੇ ਦੇਣੇ ਸੀ ਜਿਨ੍ਹਾਂ ਨੇ ਸਮਾਗਮ ਕੀਤਾ ਵੀ ਸ਼ੁੱਧ ਹੋਇਆ, ਸਰੋਪ ਪਾਓ ਦੂਜਿਆਂ ਨੂੰ ਦੇ ਦਿੱਤੇ। ਇਹ ਬਿਟਰ ਝਾਕਦੇ ਰਹਿ ਗਏ।
ਸਾਰੇ ਫੇਰ ਦਿੱਤਾ ਨਾ ਪਾਣੀ। ਫਿਰ ਉਹ ਤਲਵੰਡੀ ਨੂੰ ਗਿਆ, ਉਹਨਾਂ ਦੇ ਕਰਦੇ ਤੂੰ ਕਿਉਂ ਕੀਤਾ? ਇਹ ਕਹਿੰਦਾ ਮੈਂ ਤਾਂ ਨਹੀਂ ਕੀਤਾ। ਇਹ ਸਰੋਪਾਉ ਤਾਂ ਇਹ ਗਿਆਨੀ ਅਵਤਾਰ ਸਿੰਘ ਦੇਣ ਵਾਲਾ ਸੀਗਾ, ਗਿਆਨੀ ਵੀਰ ਸਿੰਘ ਉਹਦੀ ਤਾਇਦ ਕਰਨ ਵਾਲਾ ਸੀ। ਮੈਂ ਇੱਥੇ ਨਹੀਂ ਬਣਨਾ। ਇਹਨਾਂ ਦੋਹਾਂ ਨੂੰ ਕਹਿਤਾ ਵੇਦਾਂਤੀ ਨੂੰ ਤੇਰੀ ਲੋੜ ਨਹੀਂ, ਉੱਥੇ ਰਹੋ ਤੁਸੀਂ। ਜੇ ਇੱਥੇ ਕਿਸੇ ਸਿੰਘ ਨੇ ਬੇਅਦਬੀ ਕਰ ਦਿੱਤੀ ਨਾ, ਤੁਸੀਂ ਕਹੋਗੇ ਵੀ ਇਸ ਤਰ੍ਹਾਂ ਜੇ ਇੱਥੇ ਸਿੰਘ ਆਪਣੇ ਗੁਰਬਾਣੀ ਦੇ ਅਦਬ ਵਾਸਤੇ ਮੈਂ ਨਹੀਂ ਕਿਸੇ ਨੂੰ ਰੋਕ ਸਕਦਾ। ਜੇ ਕਿਸੇ ਦੀ ਗੱਲ ਜਾਂ ਹੋਰ ਚੀਜ਼ ਕੋਈ ਪਿਆ ਇੱਥੇ ਬਿਲਕੁਲ ਨਾ ਤੁਸੀਂ ਕਰੋ, ਨਾ ਅਸੀਂ ਤੁਹਾਨੂੰ ਕਹਿੰਦੇ ਨਾ ਤੁਸੀਂ ਜਾਂ ਹੋਰ ਚੀਜ਼। ਸਾਨੂੰ ਕਮੇਟੀ ਕੀ ਕਹਿੰਦੀ ਹੈ? ਸੋ ਇਹ ਹੋ ਸਕਦੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ। ਇਹ ਤਾਂ ਭਾਈ ਵਿਵਹਾਰ ਠੀਕ ਹੋਵੇ, ਸ਼ੁੱਧ ਹੋਵੇ ਜਾਂ ਹੋਰ ਚੀਜ਼ਾਂ ਹੋ ਸਕਦੀਆਂ, ਨਹੀਂ ਤਾਂ ਬੇਦਬੀਆਂ ਹੋਣੀਆਂ ਹੀ ਹੋਣੀਆਂ। ਕਿ ਆਪਣਾ ਕੰਮ ਸਾਰੋ ਜਾਂ ਗੁਰੂ ਦਾ ਆਪਣਾ ਕੰਮ ਵਾਸਤੇ ਰੱਖਿਆ, ਤੇ ਨਹੀਂ ਤਾਂ ਨਹੀਂ। ਹਾਂਜੀ ਪੜ੍ਹੋ ਜੀ।